ਓਂਕਾਰ सतनाम करता पुरख निरभव निर्वैर अकाल मूरत अजूनी सैभम गुर प्रसाद। धन धन गुरु ग्रंथ साहब जी महाराज, धन गुरु गोबिंद सिंह साहब सच्चे पातशाह नदर करनी महाराज, धन गुरु नानक साहब जी, धन गुरु ग्रंथ साहब जी। वाहिगुरु जी का खालसा, वाहिगुरु जी की फतेह। गुरु की किरपा अज मौका मिलिया कि असी गुरु नानक साहब की एक बड़ी उत्तम विचार वाली डूंगी बाणी जिसनूं सिद्ध गोष्ठ कहा जाता है, उसकी विचार आरंभ करिए। सिद्ध गोष्ठ एक थोड़ी जी निराली बाणी है और मैनू अंतरगत बड़ी प्रिय है, क्योंकि ये विच प्रश्न उत्तर ने योगियां दे गुरु साहब नाल, और मैनू पहला नहीं सी पता। हुण थोड़ी जी जदों पहाल कीती तां यह भी पता लग्या कि यदी कंपोजिशन जिहड़ी गुरु साहब ने अपने जीवन के अखीरले साल च कीती है, ਇਹਦੇ ਤੋਂ एक बहुत वड्डा पोर्शन जिहड़ा सिद्धा नाल गोष्ठी होई वो साहिब दे शरीर दे आखिरी साल दे विच 1539 विच अचल बटाला करतारपुर तो 21 किलोमीटर दूर, उस तो थोड़ा अगे 3 किलोमीटर दूर अचल एक मंदिर है योगियां दा, जिथे शिवरात दे दिन साहिब पहुंच गए। बड़ी निराली डायलॉग है। एक जागृत पुरुष जदों हनेरे दे विच आउंदा है तो पहला किसी नूं समझ नहीं आती की होया, किवें समझ आएगी। सानू जोत नूं देखण दा, जोत नूं परखण दा, जोत बारे ज्ञान रखण दी वो अख नहीं है जिहदे नाल यह समझ आए कि अज पूर्ण पुरुष के दर्शन हो गए। वो अखां नहीं हैं साडे कोल। इस करके भी मैनू लगता है कि इस बाणी की विचार बड़ी जरूरी है, क्योंकि अजकल के जीवन विच गुरु का कॉन्सैप्ट बहुत ही गवाच गया है। असी गुरु नूं एक तरह का खिडौना बना लिया है। गुरु है की, गुरु कित्थे है, गुरु नाल किवें संपर्क स्थापित किया जा सकता है। यह गल्लां इस बाणी विच विचारियां हन। इस तो इलावा भी होर बड़े प्रश्न ने, 20 प्रश्न सिद्धा ने गुरु साहब नूं कीते हन और गुरु नानक साहब ने वो भी प्रश्न का गुरमुख ज्ञान उन्होंने दिता है। जदों सिद्धा नूं कुछ ऐ समझ आ गई कि कौन साडे कोल आ गया है, किहो जिहा पुरुष साडे अज विच बैठ गया है, तो उन्होंने जेड़े फिर प्रश्न शुरू किए वो बड़े विचारवान प्रश्न हैं। कित बिद बिदजद उपजे पुरखा, कित कित बिद दुख बिनस जाई।
ਕਿਤ ਕਿਤ ਬਿਦ, ਕਿਸ ਤਰ੍ਹਾਂ ਜੀਵਨ ਕਿਸ ਤਰ੍ਹਾਂ ਹੁੰਦਾ ਹੈ, ਦੁੱਖ ਕਿਵੇਂ ਖਤਮ ਹੋਏਗਾ ਮਹਾਰਾਜ। ਇਹ ਪ੍ਰਸ਼ਨ ਜਿਗਿਆਸੂ ਦਾ ਹੈ। ਇਹ ਪ੍ਰਸ਼ਨ ਇੱਕ ਭੁੱਖੇ ਜਨ ਦਾ ਹੈ, ਜਿਹਨੂੰ ਪਿਆਸ ਹੈ ਸਤ ਦੀ। ਮੇਰਾ ਦੁੱਖ ਕਿਵੇਂ ਜਾਏਗਾ। ਔਰ ਇਸ ਕਾਰਨ ਇਹ ਬਾਣੀ ਬੜੀ ਕੀਮਤੀ ਵੀ ਹੈ, ਕਿਉਂਕਿ ਮੇਰਾ ਵੀ ਪ੍ਰਸ਼ਨ ਇਹੀ ਹੈ। ਲੱਗਦਾ ਹੈ ਸ਼ਾਇਦ ਆਪ ਦਾ ਵੀ ਇਹੀ ਪ੍ਰਸ਼ਨ ਹੋਏ। ਅਸੀਂ ਸਾਰੇ ਆਪਣੇ ਦੁੱਖ ਦੇ ਕਾਰਨ ਮਨ ਦੀ ਜੋ ਹਾਲਾਤ ਨੇ ਉਹਨਾਂ ਵਿੱਚ ਗੁਆਚੇ ਹੋਏ ਹਾਂ। ਕੋਈ ਤਾਰ ਨਹੀਂ ਲੱਭਦਾ ਜਿੱਥੋਂ ਸਮਝ ਆਏ ਕਿ ਅੱਗੇ ਕਿਸ ਤਰ੍ਹਾਂ ਜਾਈਏ। ਇਹ ਵੀ ਇੱਕ ਪ੍ਰਸ਼ਨ ਇਸ ਬਾਣੀ ਵਿੱਚ ਹੈ ਕਿ ਇਹ ਦੁਨੀਆ ਬੜੀ ਮੁਸ਼ਕਿਲ ਪਾਰ ਹੋਏਗੀ, ਕਿਵੇਂ ਪਾਰ ਕੀਤੀ ਜਾਏ। ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਉਤਰਾਂਗੇ, ਮਨ ਦੇ ਕਰਕੇ ਗੁਰੂ ਨਾਲ ਨੇੜਤਾ ਹੁੰਦੀ ਜਾਏਗੀ। ਦੇਖੋ ਕਿੰਨੀ ਅਚਰਜ ਗੱਲ ਹੈ। ਗੁਰੂ ਨੂੰ ਗਏ ਕਿੰਨੇ ਸਾਲ ਹੋ ਗਏ, ਪਰ ਜਿਵੇਂ ਅਸੀਂ ਉਹਨਾਂ ਦੀ ਬਾਣੀ ਨਾਲ ਰਾਬਤਾ ਕਾਇਮ ਕਰਾਂਗੇ, ਤਿਵੇਂ ਗੁਰੂ ਹਾਜ਼ਰ ਹੋ ਜਾਏਗਾ। ਇੱਥੋਂ ਕੁਝ ਸਮਝ ਆਉਂਦੀ ਹੈ ਸ਼ਾਇਦ ਕਿ ਸਰੀਰ ਗੁਰੂ ਨਹੀਂ ਹੈ, ਪਰ ਸਾਡੀ ਭਾਲ ਸਰੀਰ ਤੱਕ ਹੀ ਰਹਿੰਦੀ ਹੈ। ਅਸੀਂ ਜੀਵਨ ਦੇ ਵਿੱਚ ਜਦੋਂ ਉਲਝਣ ਵਿੱਚ ਹੋ ਜਾਂਦੇ ਹਾਂ ਜਾਂ ਜੀਵਨ ਦੀ ਪਰੇਸ਼ਾਨੀਆਂ ਵਿੱਚੋਂ ਘਿਰ ਜਾਂਦੇ ਹਾਂ, ਤਾਂ ਅਸੀਂ ਪਹਿਲਾਂ ਸਰੀਰ ਹੀ ਲੱਭਦੇ ਹਾਂ। ਕੋਈ ਜਨ ਜਿਹਦੇ ਨਾਲ ਬੈਠ ਕੇ ਆਪਣੇ ਕਨਫਿਊਜ਼ਨ, ਆਪਣੇ ਦੁੱਖ, ਉਹਨਾਂ ਦਾ ਜਵਾਬ ਮਿਲ ਸਕੇ। ਦਰਅਸਲ ਦੁਨੀਆ ਦੇ ਵਿੱਚ ਸਾਰੇ ਦੁੱਖ ਇੱਕੋ ਹੀ ਦੁੱਖ ਦੇ ਰਿਫਲੈਕਸ਼ਨ ਹਨ। ਸਾਰੇ ਪ੍ਰਸ਼ਨ ਇੱਕੋ ਪ੍ਰਸ਼ਨ ਤੋਂ ਉੱਠ ਰਹੇ ਹਨ। ਸਾਰੀ ਸਰਚ ਇੱਕੋ ਵਸਤੂ ਦੀ ਸਰਚ ਹੈ। ਸਾਰੀ ਹੀ ਟਟੋਲਤਾ, ਸਾਰੇ ਵਿਚਾਰ ਇੱਕ ਉੱਤਮ ਵਿਚਾਰ ਦੇ ਅਧੀਨ ਹਨ। ਦੇਖੋ ਕਿਵੇਂ ਇੱਕ ਓਮਕਾਰ ਪ੍ਰਗਟ ਹੋ ਜਾਂਦਾ ਹੈ। ਇਸ ਰੂਪ ਵਿੱਚ ਮਨ ਵਿੱਚ ਜਿਤਨੇ ਗਹਿਨ ਉਤਰਦੇ ਹਾਂ, ਉਤਨੇ ਏਕਾ ਦੇ ਨੇੜੇ ਚਲੇ ਜਾਂਦੇ ਹਾਂ। ਉਤਨਾ ਸਭ ਸ੍ਰਿਸ਼ਟੀ ਇੱਕ ਰੂਪ ਵਿੱਚ ਜੁੜੀ ਦਿਖਦੀ ਹੈ। ਤਾਂ ਜਦੋਂ ਅਸੀਂ ਗੁਰੂ ਨੂੰ ਭਾਲਣ, ਸਰੀਰ ਭਾਲਣ ਜਾਂਦੇ ਹਾਂ, ਤਾਂ ਅੱਜ ਦੀ ਤਾਰੀਖ ਵਿੱਚ ਬਹੁਤ ਕਲੇਮੈਂਟਸ ਮਿਲ ਜਾਣਗੇ ਜਿਹੜੇ ਆਪਣੇ ਨੂੰ ਗੁਰੂ ਕਹਿਣਗੇ। ਇੱਕ ਭਾਵ ਨਾਲ ਤੇ ਸਦਾ ਹੀ ਕਲੇਮੈਂਟਸ ਜ਼ਿਆਦਾ ਹਨ। ਗੁਰੂ ਤੇਗ ਬਹਾਦਰ ਸਾਹਿਬ ਦੀ ਕਥਾ ਹੈ। ਜਦੋਂ ਗੁਰੂ ਲਾਡੋ ਰੇ, ਗੁਰੂ ਲਾਡੋ ਰੇ। ਜਦੋਂ ਸਿੱਖ ਨੂੰ ਗੁਰੂ ਮਿਲ ਜਾਏ ਤਾਂ ਉਹਦੇ ਸਾਰੇ ਦੁੱਖਾਂ ਦਾ ਅੰਤ ਉਹਨੂੰ ਦਿਖ ਜਾਂਦਾ ਹੈ। ਅਸੀਂ ਵੀ ਜੀਵਨ ਦੇ ਪ੍ਰਸ਼ਨ ਦਾ ਜਵਾਬ ਲੱਭਦੇ ਲੱਭਦੇ
ਸਰੀਰ ਟਟੋਲਦੇ ਹਾਂ ਕਿ ਕੋਈ ਸਰੀਰ ਮਿਲ ਜਾਏ ਜਿਹਦੇ ਨਾਲ ਬੈਠ ਕੇ ਗਿਆਨ ਮਿਲ ਜਾਏ, ਦੁੱਖਾਂ ਦਾ ਹੱਲ ਮਿਲ ਜਾਏ, ਕੱਲ ਮੇਰਾ ਸੁਖਾਲਾ ਹੋ ਜਾਏ। ਸਾਹਿਬ ਦੀ ਬੜੀ ਕਿਰਪਾ ਹੈ। ਇਸ ਬਾਣੀ ਦੇ ਵਿੱਚ ਗੁਰੂ ਕੌਣ ਹੈ, ਕੀ ਹੈ, ਇਹ ਸਮਝਾਉਂਦੇ ਹਨ ਮਹਾਰਾਜ। ਸਰੀਰ ਤੇ ਅੱਜ ਸਾਨੂੰ ਬਹੁਤ ਮਿਲ ਜਾਣਗੇ ਜਿਹੜੇ ਕਹਿਣਗੇ ਮੈਂ ਗੁਰੂ ਹਾਂ, ਆਓ ਮੇਰੇ ਕੋਲ ਤੇ ਹੱਲ ਲੱਭ ਲਓ। ਤਾਂ ਅਸੀਂ ਵੀ ਕੀ ਦੇਖਾਂਗੇ, ਉਹਦਾ ਪਹਿਰਾਵਾ ਕੀ ਹੈ, ਉਹਦੀ ਬੋਲੀ ਕਿਵੇਂ ਹੈ, ਉਹਦਾ ਐਕਸਪ੍ਰੈਸ਼ਨ ਕੀ ਹੈ। ਇਹ ਸਾਰੀ ਜਜਮੈਂਟਸ ਬਿਲਕੁਲ ਧੋਖਾ ਹੋ ਸਕਦੀਆਂ ਹਨ। ਜਿਹਨੂੰ ਅਸੀਂ ਸੱਤ ਜਾਣ ਸਕਦੇ ਹਾਂ, ਕਾਫੀ ਦੇਰ ਸੱਤ ਜਾਣਦੇ ਰਹਾਂਗੇ, ਉਹ ਬਿਲਕੁਲ ਧੋਖਾ ਹੋ ਸਕਦਾ ਹੈ। ਕਿਉਂਕਿ ਸਿਰਫ ਸੱਤ ਹੀ ਜਾਣ ਪਾਏਗਾ ਸੱਤ ਕੀ ਹੈ। ਅਗਰ ਮੇਰੇ ਕੋਲ ਪਹਿਲਾਂ ਸੱਤ ਦੇ ਦਰਸ਼ਨ ਹੋਣਗੇ ਤਾਂ ਮੈਂ ਪਰਖ ਪਾਵਾਂਗਾ ਕਿ ਕਿਸ ਕੋਲ ਸੱਤ ਹੈ। ਅਗਰ ਮੇਰੇ ਕੋਲ ਸੱਤ ਦੇ ਦਰਸ਼ਨ ਹਨ ਤਾਂ ਫਿਰ ਬਾਹਰ ਦੀ ਭਾਲ ਨਹੀਂ ਰਹੇਗੀ, ਮੇਰੇ ਕੋਲ ਨਹੀਂ ਹਨ। ਹੁਣ ਇਸ ਵਿਚਾਰ ਦੇ ਉਲਟ 1539 ਤੱਕ ਇੱਕ ਸਰੀਰ ਰਿਹਾ ਜਿਹੜਾ 70 ਸਾਲ ਸਰੀਰ ਰੂਪ ਵਿੱਚ ਵਿਚਰਿਆ ਇਸ ਦੁਨੀਆ ਵਿੱਚ। ਉਹਨਾਂ ਦੇ ਵਿਚਾਰ ਸਾਡੇ ਕੋਲ ਹਾਜ਼ਰ ਹਨ। ਜੇ ਇਸ ਭਾਵ ਨਾਲ ਸੋਚੀਏ, ਜੇ ਅੱਜ ਮੈਂ ਗੁਰੂ ਨਾਨਕ ਸਾਹਿਬ ਨੂੰ ਮਿਲਣ ਜਾਵਾਂਗਾ ਤਾਂ ਮਹਾਰਾਜ ਮੈਨੂੰ ਕੀ ਸਮਝਾਣਗੇ, ਕੀ ਦੱਸਣਗੇ, ਕਿਸ ਮਾਰਗ ਵੱਲ ਭੇਜਣਗੇ, ਕੀ ਗਿਆਨ ਦੇਣਗੇ। ਇਹ ਸਭ ਕੁਝ ਇੱਕ ਤਤ ਗਿਆਨ ਤੋਂ ਹੀ ਉਭਰਦਾ ਹੈ, ਜਿਹੜਾ ਗੁਰੂ ਮਹਾਰਾਜ ਆਪ ਆਸਾ ਦੀ ਵਾਰ ਵਿੱਚ ਕਹਿ ਗਏ ਹਨ। ਕਿ ਨਾਨਕ ਲਿਖੇ ਇੱਕ ਗੱਲ, ਹੋਰ ਹਉਮੈ ਚਖਣਾ ਚਾਕ। ਦੁਨੀਆ ਦੇ ਵਿੱਚ ਇੱਕ ਗੱਲ ਤੋਂ ਸਾਰੀਆਂ ਗੱਲਾਂ ਚੱਲਦੀਆਂ ਹਨ, ਇੱਕ ਤਤ ਗਿਆਨ ਤੋਂ ਸਾਰੇ ਗਿਆਨ ਹਨ, ਇੱਕ ਸੋਝੀ ਤੋਂ ਸਾਰੀ ਸੋਝੀਆਂ ਹਨ। ਤਾਂ ਸਾਹਿਬ ਦੀ ਕਿਰਪਾ ਹੈ ਕਿ ਉਹਨਾਂ ਨੇ ਆਪਣੇ ਵਿਚਾਰ ਤਤ ਗਿਆਨ ਬਾਰੇ ਦਰਜ ਕਰ ਦਿੱਤੇ ਹਨ। ਜਪਜੀ ਸਾਹਿਬ ਦੇ ਦਰਸ਼ਨ ਅਸੀਂ ਕਰਕੇ ਨਿਕਲੇ ਹਾਂ ਕੁਝ ਸਮਾਂ ਪਹਿਲਾਂ। ਭੁੱਲਾਂ ਚੁੱਕਾਂ ਦੀ ਸ਼ਿਮਾ ਸੰਗਤ ਦੇ, ਪਰ ਜਿਹੜਾ ਗੁਰੂ ਨਾਨਕ ਸਾਹਿਬ ਦੇ ਵਿਚਾਰਾਂ ਨੂੰ ਸਾਂਝ ਕਰਦੇ ਹੋਏ ਇੱਕ ਨੇੜਤਾ ਗੁਰੂ ਸਾਹਿਬ ਵੱਲ ਆਰੰਭ ਹੋ ਗਈ, ਉਸੇ ਨੂੰ ਅੱਗੇ ਵਧਾਉਂਦੇ ਹੋਏ ਸਾਹਿਬ ਦੀ ਇਹ ਬੜੀ ਕੀਮਤੀ ਬਾਣੀ ਸਿੱਧ ਗੋਸ਼ਟ ਦੀ ਅਸੀਂ ਆਪਸ ਵਿੱਚ ਵਿਚਾਰ ਕਰਦੇ ਹਾਂ। ਅਸੀਂ ਗੁਰੂ ਨਾਨਕ ਸਾਹਿਬ ਦੇ ਗਾਈਡੈਂਸ ਨੂੰ ਜਾਣਿਆ ਕੁਝ ਹੱਦ ਤੱਕ। ਸਿੱਧ ਗੋਸ਼ਟ ਔਰ ਆਸਾ ਦੀ ਵਾਰ ਇਹ ਵੀ ਬਹੁਤ ਨੇੜੇ ਲੈ ਜਾਣਗੀਆਂ ਸਾਨੂੰ ਸਾਹਿਬ ਨਾਲ। ਫਿਰ ਸਰੀਰ ਦਾ ਜਿਹੜੀ ਭਾਲ ਹੈ ਉਹ ਮਨ ਦੇ ਜੁੜਨ ਨਾਲ ਉਹ ਭੁੱਖ ਨਹੀਂ ਰਹੇਗੀ।
क्योंकि सिख और गुरु का मिलन एक मन का मिलन है। और जब मैं अपने मन नूं गुरु साहब की बाणी नाल जोड़ देना हाँ तां गुरु दी बांह फड़ लैंदा। फिर गुरु मैनू हनेरे तो चानण वल, दुख तो सुख वल, विगास वल और मौत तो सदा वल, नानक भगता सदा विगास, सुनिए दुख पाप का नाश। तां सदा लई गुरु अपनी गलवकड़ी विच मैनू लैके विगास दे दर्शन करांदा है। इस लई की कंडीशनस हन। सिद्धगोष्ठ विच ऐ समझ सकांगे। भाई गुरदास जी की बाणी तो असी कुछ गाइडेंस लै सकते हाँ। चरण शरण गुर एक पैंडा जाए, चल सतगुर कोट पैंडा आगे होए लेत है। जदों मैं गुरु दे चरनां दा ध्यान करदा, गुरु दी हाज़री दा ध्यान करदा और उस ध्यान विच एक कदम गुरु वल टुरदा हाँ तां गुरु हज़ारों करोड़ां कदम साडे वल आंदे हन। गुरु कित्थे है? गुरु शरीर नहीं है। गुरु का दरवाज़ा की है? जिस दरवाजे दे खोलन नाल गुरु नाल एक सार हो जावांगे। गुरु अंगद साहब एक आदेश करते हैं कि अपने आप नूं बेचांगे तां गुरु मिलेगा, झूठ नूं त्यागना है तो सत मिलेगा। भाई गुरदास फिर समझाते हैं, एक बार सतगुर मंत्र सिमरन मात्र, सिमरन ताहे बारंबार गुर हित है। इस तो यह लगता है कि मैं गुरु वल एक एटीट्यूड चेंज करके अगर देखांगा तो गुरु हाजिर हो जाएगा। सिख दी आराधना विच गुरु है। अगर मैं आराधांगा नहीं तो गुरु वल नहीं जा पावांगा। यही सारी कुंजी है जीवन दी, जिस तो मैं बार बार विछड़दा जा रहा, जिहड़ी मेरी हथों मेरी पकड़ विच नहीं आ पा रही। मैं गुरु वल मुख ना करके अपने वल ही मुख करी जाना हाँ, अपने हंकार वल ही मुख करी जाना हाँ, अपने आप नूं ही जीवन का सेंटर बना के रखा है। मैं अपने ही हंकार नूं शक्ति देंदा रहना हाँ। तू ही निरंकार दी पौड़ियां विच उतरदा नहीं हाँ। यह दुख का कारण है। नाम बिसरिए दुख पाई, धन गुरु नानक।
ਸਾਹਿਬ ਸਮਝਾਉਂਦੇ ਹਨ, ਜਦੋਂ ਜੀਵਨ ਤੋਂ ਨਾਮ ਵਿਸਰ ਜਾਏਗਾ ਤਾਂ ਦੁੱਖ ਪਾਵਾਂਗੇ। ਭਾਈ ਨੰਦ ਲਾਲ ਗੋਆ ਇਸੇ ਚੀਜ਼ ਨੂੰ ਹੋਰ ਤਰ੍ਹਾਂ ਸਮਝਾਉਂਦੇ ਹਨ ਕਿ ਚੀਸ ਸ਼ਾਦੀ, ਮਹਾਰਾਜ ਕਹਿੰਦੇ ਹਨ, ਗਮ ਚ ਬਾਸ਼ਤ ਗਫਲਤ ਅਜ਼ ਯਾਦ ਖੁਦਾ। ਗਮ ਦਾ ਕਾਰਨ ਕੀ ਹੈ? ਗਫਲਤ ਅਜ਼ ਯਾਦ ਖੁਦਾ। ਯਾਦ ਗੁਰੂ ਦੀ, ਖੁਦਾ ਦੀ ਭੁੱਲ ਗਈ ਹੈ, ਗਮ ਦਾ ਕਾਰਨ ਬਣ ਗਿਆ ਹੈ। ਫਿਰ ਅੱਗੇ ਦੱਸਦੇ ਹਨ, ਚੀਸ ਸ਼ਾਦੀ, ਖੁਸ਼ੀ ਦਾ ਕਾਰਨ ਕੀ ਹੈ? ਗਫਲਤ ਅਜ਼ ਯਾਦ ਖੁਦਾ। ਚੀਸ ਸ਼ਾਦੀ ਯਾਦ ਬੇਇਮਤਹਾ। ਜਦੋਂ ਅਸੀਂ ਨਾਮ ਵਿੱਚ ਡੁੱਬ ਜਾਂਦੇ ਹਾਂ ਤਾਂ ਸਾਡਾ ਜੀਵਨ ਆਨੰਦ ਨਾਲ ਭਰ ਜਾਂਦਾ ਹੈ। ਇਹ ਦੋ ਜੀਵਨ ਦੇ ਤਰੀਕੇ ਹਨ। ਇੱਕ ਈਗੋ ਬੇਸਡ ਮਾਈਂਡ ਹੈ, ਇੱਕ ਨਾਮ ਦੇ ਆਧਾਰ ਤੇ ਜੀਵਨ ਹੈ। ਹੁਣ ਚੋਇਸ ਮੇਰੀ ਹੈ। ਇਸ ਤਰ੍ਹਾਂ ਦੇਖਿਆ ਜਾਏ ਤਾਂ ਇੱਥੇ ਕਈ ਲੋਕ ਜੋ ਦੁਨੀਆ 'ਚ ਹਾਰ ਕੇ ਦਿਖਦੇ ਹਨ ਗਏ ਹੋਏ, ਉਹ ਵੀ ਜਿੱਤ ਕੇ ਜਾਂਦੇ ਹਨ। ਔਰ ਜਿਨ੍ਹਾਂ ਨੂੰ ਅਸੀਂ ਜੀਵਨ ਮੁਖੀ ਜਿੱਤਿਆ ਸਮਝਦੇ ਹਾਂ, ਉਹਨਾਂ ਦੇ ਹੱਥ ਵਿੱਚ ਕੁਛ ਨਹੀਂ ਆਉਂਦਾ, ਕਿਉਂਕਿ ਨਾਮ ਆਧਾਰ ਤਾਂ ਅੰਦਰ ਦੀ ਖੇਡ ਹੈ, ਅੰਤਰ ਦੀ ਅਵਸਥਾ ਹੈ। ਔਰ ਜਿਤਨੇ ਨਿਮਾਣੇ ਹੋ ਕੇ ਜੀਆਂਗੇ ਅੰਤਰ ਵਿੱਚ, ਉਤਨਾ ਨਾਮ ਦੇ ਨੇੜੇ ਜਾ ਪਾਵਾਂਗੇ। ਔਰ ਇਸ ਦਰਵਾਜ਼ੇ ਦਾ ਚਾਬੀ ਕਿਹੜੀ ਹੈ? ਸਾਹਿਬ ਫਿਰ ਸਮਝਾਉਂਦੇ ਹਨ, ਭਾਈ ਗੁਰਦਾਸ ਜੀ ਦੱਸਦੇ ਹਨ, ਧੰਨ ਹੈ ਲੋਕ ਨੇ ਜਿਨ੍ਹਾਂ ਨੇ ਅਧਿਆਤਮ ਵਿੱਚ ਆਪਣਾ ਜੀਵਨ ਬਿਤਾਇਆ ਹੈ। ਸਪਿਰਿਚੁਅਲਿਟੀ ਦੀ ਕਮਿਟਮੈਂਟਸ 10 ਜਾਮਿਆਂ ਵਿੱਚ ਨਿਕਲਦੀ ਆਈ ਹੈ। ਗੁਰੂ ਨਾਨਕ ਸਾਹਿਬ ਤੋਂ 10ਵੇਂ ਗੁਰੂ ਨਾਨਕ ਤੱਕ ਅਨੇਕ ਹੀ ਸਿੱਖ ਤਰ ਗਏ ਹਨ ਨਾਲ। ਫਿਰ ਗੁਰੂ ਅਰਜਨ ਸਾਹਿਬ ਨੇ ਕਿਤਨੇ ਹੀ ਹੋਰ ਪੂਰਨ ਪੁਰਸ਼ਾਂ ਨੂੰ ਨਾਲ ਜੋੜ ਦਿੱਤਾ ਹੈ। ਬਾਬਾ ਫਰੀਦ ਹੋਏ, ਭਗਤ ਕਬੀਰ ਹੋਏ। ਗੱਲ ਕੀ ਹੈ ਕਿ ਜਿਨ੍ਹਾਂ ਲੋਕਾਂ ਨੇ ਜੀਵਨ ਦਾ ਤੱਤ ਜਾਣ ਲਿਆ, ਉਹਨਾਂ ਲਈ ਮੌਤ ਵੀ ਸੈਲੀਬ੍ਰੇਸ਼ਨ ਹੈ ਔਰ ਜੀਵਨ ਵੀ ਸੈਲੀਬ੍ਰੇਸ਼ਨ ਹੈ। ਔਰ ਜਦੋਂ ਮੇਰੇ ਵਰਗਿਆਂ ਨੇ ਜੀਵਨ ਨੂੰ ਨਹੀਂ ਸਮਝਿਆ, ਉਹਨਾਂ ਲਈ ਸੁੱਖ ਵੀ ਇੱਕ ਦੁੱਖ ਦਾ ਹੀ ਰਿਫਲੈਕਸ਼ਨ ਹੈ, ਕੋਈ ਬਹੁਤਾ ਫਰਕ ਨਹੀਂ ਹੈ। ਜੀਵਨ ਵੀ ਇੱਕ ਤਰ੍ਹਾਂ ਦਾ ਨਰਕ ਬਣ ਜਾਂਦਾ ਹੈ। ਮੌਤ ਤਾਂ ਨਰਕ ਹੈ ਹੀ। ਇਵੇਂ ਸਮਝੀਏ ਕਿ ਮਰਨ ਤੋਂ ਪਹਿਲਾਂ ਹੀ ਮਰੇ ਹੋਏ ਹਾਂ। ਔਰ ਇਸ ਵਾਸਤੇ ਐਨਰਜੀ ਚਾਹੀਦੀ ਹੈ, ਕਮਿਟਮੈਂਟ ਚਾਹੀਦੀ ਹੈ। ਜੀਵਨ ਨੂੰ ਅਗਰ ਇੱਕ प्रोजेक्ट समझिए, जब किश्ती साबत व सूरत थी, साहिल की तमन्ना किसको थी। अब ऐसी शिकस्ता किश्ती पे साहिल की तमन्ना कौन करे।
जवानी दी उम्र चाहिदी है। सदा रहे कंचन सी काया, काल न कभू व्यापे। महाराज दी किरपा है उन्हां लोकां ते जिहड़े छोटी उम्र विच अध्यात्म नूं अपना प्रोजेक्ट बना लेंदे हन, क्योंकि अब ऐसी शिकस्ता किश्ती पे साहिल की तमन्ना कौन करे। जब उम्र टल जाती है फिर एफर्ट मुश्किल हो जाता है। शरीर अगर किश्ती जाणीए तो यह साथ छड़ देंदा है। गुरु नानक साहब दे जीवन दे विच सिद्ध गोश दी बाणी ने सानू बहुत कुछ समझाया है। सिद्ध गोष्ठ तो बाद ही जपजी साहब की कंपोजिशन होई लगती है, क्योंकि 4 पदे सिद्ध गोष्ठ दे जपजी साहब विच हन। आदेश तिसे आदेश ते 4 पदे सिद्ध गोष्ठ की बाणी चों साहिब ने जपजी विच हाजिर कीते हन। सिद्धां नाल वार्तालाप, नानक मता, रीठा साहब, सुमेर पर्बत 6800 मीटर ते 19,000 फुट ते है। ए पहली और दूजी उदासी दी, सुमेर पर्बत दूसरी उदासी ते, पहली उदासी ते सुमेर पर्बत, दूसरी उदासी ते नानक मता। उस तो बाद 21 साल का एक 18 वरे का एक गैप है। 1521 तो बाद 18 वरे साहिब अपने करतारपुर रहे। उत्थों 21 किलोमीटर दूर बटाला, उस तो 3 किलोमीटर दूर अचल सिद्धां दा योगियां दा एक मंदिर है। उत्थे शिवरात का मेला होंदा है, हुण भी शायद होंदा होए। तो उस विच साहिब फरवरी और मार्च 1539 साल विच गए और उत्थे फिर बहुत उत्तम डायलॉग एक चलिया। तो यह 4 जगह ਇਹਦੇ 'ਚ 20 प्रश्न सिद्धां ने गुरु नानक साहब नूं कीते हन और महाराज ने उस विच गुरमत का ज्ञान, जीवन का ज्ञान, जीवन का तत्त ज्ञान समझाया है। सिद्ध गोष्ठ अगर वैसे विचारीए तो सिद्ध योगी मत विच वो होंदा है जिहड़ा इन्हां दे 84 आसन ने उन्हां नूं साध लैंदा है, उहनूं सिद्ध कहंदे हन। भाव अर्थ अगर देखा जाए तो सिद्ध वो है जिन्हें साध लिया, मन नूं साध लिया। पर गुरबाणी चों विचार के सानू सिद्ध बारे, सिद्ध शब्द बारे कुछ होर भी ज्ञान मिलता है। साहिब ने सानू यह समझाया है बाणी विच कि सिद्ध जिहड़े ने, निरंकार भी सिद्ध का ही एक होर नाम है। तो एक तो सिद्ध गोष्ठ, सिद्धां नाल गोष्ठी वार्तालाप, और एक सिद्ध गोष्ठ का अगर भाव अर्थ देखिए, एसेंस की है ਇਹਦਾ मीनिंग ਦਾ, तो उत्थे फिर सानू यह समझ आती है कि
ਜਿਸ ਨੇ ਨਿਰੰਕਾਰ ਦਾ ਇੱਕ ਹੋਰ ਨਾਮ ਸਿੱਧ ਹੈ। ਬਾਣੀ 'ਚੋਂ ਸਾਨੂੰ ਇਹ ਸਮਝ ਆਉਂਦਾ ਹੈ। ਔਰ ਇਸ ਭਾਵ ਨੂੰ ਅਸੀਂ ਅਗਰ ਗੋਸ਼ਟ ਸ਼ਬਦ ਵਿੱਚ ਵੀ ਉਤਾਰੀਏ ਤਾਂ ਉੱਥੇ ਰੱਬ ਨੂੰ ਮਿਲਣਾ, ਇੱਕ ਤੱਤ ਗਿਆਨ ਜਾਣ ਲੈਣਾ, ਇਹ ਭਾਵ ਅਰਥ ਨਿਕਲਦਾ ਹੈ ਸਿੱਧ ਗੋਸ਼ਟ ਸ਼ਬਦ ਦਾ। ਕੇਵਲ ਗੋਸ਼ਟੀ ਹੈ। ਔਰ ਮਨ ਦੇ ਰੂਪ ਵਿੱਚ ਅਗਰ ਮਨ ਦੀ ਲੈਵਲ ਵਿੱਚ ਇਹਨੂੰ ਐਨਾਲਾਈਜ਼ ਕਰੀਏ ਤਾਂ ਇਸ ਸਿੱਧ ਗੋਸ਼ਟੀ ਦਾ ਮਤਲਬ ਹੈ ਰੱਬ ਨੂੰ ਮਿਲ ਲੈਣਾ, ਰੱਬ ਨੂੰ ਜਾਣ ਲੈਣਾ। ਜੰਗਮ ਏਕ ਸਿੱਧ ਜਿਨ ਧਿਆਇਆ। ਰਾਮਕਲੀ ਰਾਗ ਵਿੱਚ ਇਹ ਬਾਣੀ ਦਰਜ ਹੈ। ਆਨੰਦ ਦੀ ਬਾਣੀ ਵਿੱਚ ਰਾਮਕਲੀ ਵੀ ਰਾਮਕਲੀ ਰਾਗ ਵਿੱਚ ਦਰਜ ਹੈ। ਸਿੱਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨ ਧਿਆਇਆ। ਤਾਂ ਇੱਥੋਂ ਏਕ ਸਿੱਧ ਤੋਂ ਭਾਵ ਹੈ ਨਿਰੰਕਾਰ। ਤਾਂ ਨਿਰੰਕਾਰ ਨੂੰ ਮਿਲਣਾ, ਇਹ ਸਿੱਧ ਗੋਸ਼ਟੀ ਦਾ ਭਾਵ ਸ਼ਬਦ ਦਾ, ਇਹਨਾਂ ਦੋਨਾਂ ਸ਼ਬਦਾਂ ਦਾ ਭਾਵ ਮਿਲਦਾ ਹੈ। ਬੜੀ ਇੰਟਰਸਟਿੰਗਲੀ ਭਾਈ ਗੁਰਦਾਸ ਨੇ ਇਸ ਬਾਣੀ ਦੇ ਬਾਰੇ, ਗੁਰੂ ਸਾਹਿਬ ਦੀ ਇਹ ਜਿਹੜੀ ਸਿੱਧਾਂ ਦੇ ਨਾਲ ਵਾਰਤਾਲਾਪ ਹੋਈ ਉਸ ਬਾਰੇ ਕਾਫੀ ਕੁਝ ਇੰਟੈਂਸਲੀ ਮੈਂਸ਼ਨ ਕੀਤਾ ਹੈ ਆਪਣੀ ਪੌੜੀਆਂ ਵਿੱਚ। ਔਰ ਇਹ ਸਾਨੂੰ ਕਰੋਨੋਲੋਜੀ ਸਮਝਾਉਂਦੇ ਹਨ ਕਿ ਕਿਸ ਬਾਣੀ ਦੀ ਗੱਲ ਕਦੋਂ ਹੋਈ। ਸਭ ਤੋਂ ਪਹਿਲਾਂ ਭਾਈ ਗੁਰਦਾਸ ਕਹਿੰਦੇ ਹੈ, ਫਿਰ ਜਾਏ ਚੜਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟ ਆਈ। ਸੁਮੇਰ ਪਰਬਤ ਅੱਜ ਉੱਤਰਾਖੰਡ ਵਿੱਚ ਹੈ। ਕੇਦਾਰਨਾਥ ਦੇ ਨੇੜੇ ਦੱਸਦੇ ਆ, ਜਦੋਂ ਮੈਪ ਦੇਖਿਆ ਮੈਂ 19,000 ਫੁੱਟ ਤੇ ਅੱਜ ਵੀ ਸਾਨੂੰ ਜਾਣਾ ਮੁਸ਼ਕਿਲ ਹੋਏ। ਉਹ ਕਹਿੰਦੇ ਨੇ ਉਹ ਚੜਿਆ ਹੈ। ਕੇਦਾਰਨਾਥ ਔਰ ਕੇਦਾਰਦੋਮ, ਕਰਚਖੁੰਡ ਔਰ ਮੰਡਨੀ ਯੰਗੂਪ, ਇਹ ਜਿਹੜੀ ਪਰਬਤ ਨੇ ਨਾਲ ਨੇ ਉਹਨਾਂ ਦੇ 6,350 ਮੀਟਰ ਤੇ ਸੁਮੇਰ ਪਰਬਤ ਦੀ ਗੱਲ ਕਰਦੇ ਹਨ। ਲਾਜ਼ਮੀ ਹੈ ਅੱਜ ਵੀ ਯੋਗੀ ਉੱਥੇ ਮਿਲਦੇ ਹਨ। ਵੈਸੇ ਤੇ ਸਾਹਿਬ ਦੀ ਗੱਲ ਚੱਲਦੀ ਹੈ। ਤਾਂ ਇਸ ਬਾਣੀ ਦਾ ਕੰਪੋਜੀਸ਼ਨ ਜਿਹੜਾ ਹੈ 1539 ਵਿੱਚ ਹੋਇਆ, ਮਾਰਚ ਤੋਂ ਸਤੰਬਰ ਦੇ ਵਿੱਚ ਕਿਸੇ ਟਾਈਮ ਤੇ। ਔਰ ਇਸ ਤੋਂ ਬਾਅਦ ਜਪਜੀ ਦਾ ਸਾਹਿਬ ਨੇ ਆਪਣੇ ਕੋਲ ਨੋਟਸ ਰੱਖੇ, ਫਿਰ ਉਹਨਾਂ ਨੂੰ ਦਰਜ ਕੀਤਾ। ਗੋਰਖਮਤਾ ਜਿਹੜਾ ਹੁਣ ਨਾਨਕ ਮਤਾ ਬਣ ਗਿਆ, ਔਰ ਸੁਮੇਰ ਪਰਬਤ ਔਰ ਅਚਲ ਬਟਾਲਾ। ਰੀਠਾ ਸਾਹਿਬ ਵੀ, ਕੋਈ ਗਿਆਨੀ ਕਹਿੰਦੇ ਹਨ ਕਿ ਰੀਠਾ ਸਾਹਿਬ ਵੀ ਇਹੀ ਗੋਸ਼ਟੀ ਹੋਈ ਸੀ। ਉਸ ਬਾਰੇ ਭਾਈ ਗੁਰਦਾਸ ਕਾਫੀ ਕੁਝ ਸਾਨੂੰ ਸਮਝਾਉਂਦੇ ਹਨ ਕਿ ਜਿਹੜੀ ਗੋਸ਼ਟੀ ਹੋਈ ਉਹਦੇ ਵਿੱਚ ਕੀ ਬਣਿਆ। ਤਾਂ ਸਿੱਧ ਪੁੱਛਣ ਸੁਣ ਬਾਲਿਆ, ਕੌਣ ਸੁਰਤ ਕੌਣ ਸਕਤ ਤੇ ਇੱਥੇ ਲਿਆਈ। ਬਾਲਿਆ ਛੋਟੀ ਉਮਰ ਵਿੱਚ ਲੱਗਦਾ ਹੈ ਸਾਹਬ ਗਏ ਹਨ ਸੁਮੇਰ। ਇਹ ਸੁਮੇਰ ਦਾ ਡਾਇਲੋਗ ਹੈ। ਆਖਣ ਸਿੱਧ ਸੁਣ ਬਾਲਿਆ, ਆਪਣਾ ਨਾਉ ਤੁਮ ਦੇਹ ਬਤਾਈ। ਬਾਬਾ ਆਖੇ ਨਾਥ ਜੀ, ਨਾਨਕ ਨਾਮ ਜਪੇ ਗਤ ਪਾਈ। ਨੀਚ ਕਹਾਏ ਉੱਚ ਕਰ ਆਈ। ਇਹ ਸਾਹਿਬ ਜਵਾਬ ਦਿੰਦੇ ਹਨ, ਆਪਣੇ ਆਪ ਨੂੰ ਨੀਚ ਕਹਿੰਦੇ ਹਨ। ਫਿਰ ਸਿੱਧਾਂ ਨਾਲ ਜਿਹੜੀ ਸੁਮੇਰ ਪਰਬਤ ਵਿੱਚ ਗੱਲ ਹੋਈ
ਡਾਇਲੌਗ ਹੋਇਆ ਉਹਦਾ ਭਾਈ ਗੁਰਦਾਸ ਕਾਫੀ ਡੀਟੇਲਡ ਵਰਣਨ ਕਰਦੇ ਹਨ। ਫਿਰ ਪੁੱਛਣ ਸਿੱਧ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਸਭ ਸਿੱਧੀ ਇਹ ਬੁੱਝਿਆ, ਕਲ ਤਾਰਨ ਨਾਨਕ ਅਵਤਾਰਾ। ਬਾਬੇ ਆਖਿਆ, ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ। ਕੂੜ ਅਮਾਵਸ ਵਰਤਿਆ, ਹਉ ਭਾਲਣ ਚੜਿਆ ਸੰਸਾਰਾ। ਪਾਪ ਗਿਰਾਸੀ ਪ੍ਰਿਥਵੀ ਤੌਲ ਖੜਾ, ਪਰ ਹੇਠ ਪੁਕਾਰਾ। ਇਹ ਹੁਣ ਜਿਹੜੀ ਡਾਇਲੌਗ ਸੁਮੇਰ ਚੱਲਦੀ ਹੈ, ਉਸ ਤੋਂ ਬਾਅਦ 21 ਸਾਲ ਦਾ ਗੈਪ ਆਉਂਦਾ ਹੈ, 18 ਸਾਲ ਦਾ ਗੈਪ ਆਉਂਦਾ ਹੈ। ਔਰ ਉਸ ਦੀ ਗੱਲ ਵੀ ਭਾਈ ਗੁਰਦਾਸ ਆਪਣੀ ਵਾਰਾਂ ਵਿੱਚ ਕਰਦੇ ਹਨ। ਮੇਲਾ ਸੁਣ ਸਾਵਿਤਰ ਦਾ, ਬਾਬਾ ਅਚਲ ਬਟਾਲੇ ਆਈ। ਦਰਸ਼ਨ ਵੇਖਣ ਕਾਰਨੇ, ਸਗਲੀ ਉਲਟ ਪਈ ਲੋਕਾਈ। ਕਿਉਂਕਿ ਸਾਹਿਬ 18 ਸਾਲ ਔਰ ਇੰਨੀ ਉਦਾਸੀਆਂ ਕਰ ਚੁੱਕੇ ਸਨ। ਉਸ ਇਲਾਕੇ ਵਿੱਚ ਸਾਹਿਬ ਦੀ ਗੁਰਮਤ ਗਿਆਨ ਦਾ ਡੰਕਾ ਵੀ ਹੋਣਾ ਹੈ। ਤਾਂ ਮਹਾਰਾਜ ਕਹਿੰਦੇ ਨੇ, ਭਾਈ ਗੁਰਦਾਸ ਕਹਿੰਦੇ ਨੇ ਕਿ ਸਗਲੀ ਉਲਟ ਪਈ ਲੁਕਾਈ। ਸਾਰੀ ਲੁਕਾਈ ਉੱਠ ਕੇ ਆਈ ਕਿ ਅੱਜ ਕੌਣ ਆਇਆ ਹੈ। ਤੇ ਜੋਗੀਆਂ ਨੂੰ ਔਖਾ ਲੱਗਿਆ ਪਹਿਲਾਂ, ਤੇ ਉਹਨਾਂ ਨੇ ਇੱਕ ਲਾਂਭਾ ਜਿਹਾ ਦਿੱਤਾ ਸਾਹਿਬ ਨੂੰ। ਬਲਕਿ ਸਾਹਿਬ ਦੇ ਫਿਰ ਜਵਾਬ ਤੋਂ ਬਾਅਦ ਉਹ ਬੈਠ ਗਏ। ਉਹਨਾਂ ਨੂੰ ਕੁਝ ਠਹਿਰਾਵ ਆਇਆ ਤੇ ਪੁੱਛਣਾ ਸ਼ੁਰੂ ਕਰ ਦਿੱਤਾ। ਫਿਰ ਅਸਲ ਡਾਇਲੌਗ ਸ਼ੁਰੂ ਹੋਇਆ। ਪੁੱਛੇ ਜੋਗੀ ਪੰਗਰਨਾਥ, ਤੈ ਦੁੱਧ ਵਿੱਚ ਕਿਉਂ ਕਾਂਜੀ ਪਾਈ। ਇੱਕ ਲਾਂਭਾ ਦਿੱਤਾ ਗੁਰੂ ਸਾਹਿਬ ਨੂੰ। ਤਾਂ ਗੁਰੂ ਮਹਾਰਾਜ ਫਿਰ ਜਵਾਬ ਦਿੰਦੇ ਹਨ, ਨਾਨਕ ਆਖੇ ਪੰਗਰਨਾਥ, ਤੇਰੀ ਮਾਂ ਕੁਚੱਜੀ ਆਈ। ਕਿ ਤੇਰੀ ਮਾਂ ਕੁਚੱਜੀ ਆਈ। ਤੇਰੇ ਤੇ ਦਿਮਾਗ ਠੀਕ ਨਹੀਂ ਹੈ ਤੇਰਾ, ਤੂੰ ਇਹੋ ਜਿਹੀਆਂ ਗੱਲਾਂ ਕਰਦਾ ਹੈ। ਭਾਂਡਾ ਧੋਏ ਨਾ ਜਾਤਿਓਨ, ਪਾਏ ਕੁਚੱਜੇ ਫੁੱਲ ਸੜਾਈ। ਭਾਂਡਾ ਕਹਿੰਦੇ ਨੇ ਸਾਹਿਬ ਧੋਤਾ ਨਹੀਂ ਹੈ। ਜਿਸ ਦੇ ਵਿੱਚ ਅੰਮ੍ਰਿਤ ਪੈਣਾ ਹੈ ਉਹ ਭਾਂਡਾ ਹੀ ਨਹੀਂ ਧੋਤਾ ਹੈ। ਤੇ ਤੁਸੀਂ ਇਹ ਕਹਿੰਦੇ ਹੋ ਕਿ ਦੁਨੀਆ ਛੱਡ ਦਿਓਗੇ ਤੇ ਉੱਥੋਂ ਗਿਆਨ ਮਿਲ ਜਾਏਗਾ। ਹੋਏ ਅਤੀਤ ਗ੍ਰਸਤ ਤਜ, ਫਿਰ ਉਨ੍ਹੋਂ ਕੇ ਘਰ ਮੰਗਣ ਜਾਈ। ਫਿਰ ਤੁਸੀਂ ਉਹਨਾਂ ਨੂੰ ਮਾੜਾ ਕਹਿੰਦੇ ਹੋ, ਗ੍ਰਸਤੀ ਨੂੰ ਮਾੜਾ ਕਹਿੰਦੇ ਹੋ, ਫਿਰ ਉਹਨਾਂ ਦੇ ਘਰ ਮੰਗਣ ਵੀ ਜਾਂਦੇ ਹੋ। ਬਿਨ ਦਿੱਤੇ ਕਛੁ ਹਾਥ ਨਾ ਆਈ। ਇਹ ਸੁਣ ਬਚਨ ਜੋਗੀਸ਼ਰਾ, ਮਾਰ ਕਲਿਕ ਬੈ ਰੂਈ ਉਠਾਈ। ਜ਼ੋਰ ਦੀ ਕਲਕਾਂ ਕੀਤੀਆਂ ਉਹਨਾਂ ਨੇ, ਸ਼ੋਰ ਮਚਾਇਆ, ਪ੍ਰੋਟੈਸਟ ਕੀਤਾ। ਉਹਨਾਂ ਨੇ ਜ਼ੋਰ ਦੀ ਕਲਕਾਂ ਕੀਤੀਆਂ ਕਿ ਪ੍ਰੋਟੈਸਟ ਕੀਤਾ। ਦਰਅਸਲ ਸਮਝਣ ਦੀ ਗੱਲ ਹੈ, ਗੁਰੂ ਸਾਹਿਬ ਇਹਨਾਂ ਦੇ ਗੜ੍ਹ ਵਿੱਚ ਜਾ ਪਹੁੰਚੇ ਹਨ। ਯੋਗੀ ਮਤ ਉਸ ਵੇਲੇ ਮੰਨਿਆ ਮਤ ਉਸ ਵੇਲੇ ਦਾ। ਬਾਰ-ਬਾਰ ਬਾਣੀ ਵਿੱਚ ਵੀ ਸਾਨੂੰ ਆਦੇਸ਼ ਮਿਲਦਾ ਹੈ ਕਿ ਹਿੰਦੂ, ਮੁਸਲਮਾਨ ਔਰ ਯੋਗੀ, ਇਹ ਤਿੰਨ ਮਤ
उस वेले दे लीडिंग स्पिरिचुअल रिलीजियस सेंटर्स ने और उन्हां चों योगी मत और योगियां दे भी मत फिर उन्हां दी अलग अलग पंथ ने जिन्हां चों एक आई पंथी गुरु साहब ने जपजी विच भी मैंशन कीता है। गुरु महाराज इन्हां दे कोल क्यों गए हन? दरअसल इन्हां मतां दे विच जिवें हुण साडे दुनिया दे अज दे भी हालात असीं देखीए ते धर्म दा रोल की है दुनिया विच? धर्म दा रोल किस चीज़ दी भुख मिटांदा है और किस ज्ञान नूं सानूं दिंदा है? उस धर्म दा रोल अगर उहदा मिसयूज होना शुरू हो जाएगा और जिस परपस लई वो बनिया है उसनूं छड्ड के वो किसी होर एजेंडा नूं फॉलो करेगा तो फिर उसका कोई परपस नहीं होंदा, वो सैल्फ डिफीटिंग बन जाता है। इस करके हर धर्म विच जोत और जुगत की गल चली है। जोत निरंकार दी जोत है और जुगत उसका मैथड है। पर जदों असी जोत तो ही दूर जाना शुरू हो जावांगे या जोत के निगेशन विच जीआंगे तो फिर वो धर्म एक तरह का जथेबंदी बन जाता है। फिर एक कम्यूनिटी बिल्डिंग विच एक्सरसाइज रह जाती है। और जदों असी धर्म तो टुटांगे तो प्रेम तो भी टुट जावांगे और प्रेम के आधार के बिना कोई भी जथेबंदी हेट्रेट वल चली जाएगी। जोड़न तो छड्ड के वो तोड़ना शुरू करेगी। ऐसी यही असी अज दुनिया विच देख रहे हैं कि जिहड़ी साडे रिलीजियस सेंटर्स ने या रिलीजन्स ने वो मिसयूज हो रहे हैं। उन्हां दी जिहड़ी असल इनकुआयरी दी जिहड़ी आंसर करना है उन्हां धर्मां ने वो ना करके वो एक एजेंडा रूप बन गए हैं। मैं इनू सिख धर्म नूं भी इहदे विच ही गिणदा, क्योंकि साहिब ने जितना सानू नाम बारे दस्या है और नाम नाल जोड़िया है उतना नाम साडे पंथ विच दिखदा नहीं है। मन की जिहड़ी खोज है, मन की जिहड़ी पड़ताल है, वो सिख दा मूल जीवन है। वो दिखता नहीं जितना दिखना चाहिए है। नहीं तो ये हालात ना होण जो अज दे साडे हालात हैं। अज साडे स्पिरिचुअल सेंटर्स पोलिटिकल बेसिस बन गए हैं, पावर और मनी दे, और असी लोग सब म्यूट स्पैक्टेटर्स होके रह गए हैं। इहो जी दुनिया दी असी हालात बना दिते हैं जिथे साडा मन भी व्याकुल है, परेशान है और जीवन भी पूरा कन्फ्यूजन और परेशानी नाल भरिया है। तो साहिब इस दुनिया की कन्फ्यूजन नूं दूर करन लई निकले हैं, एक सत की गल करन नूं निकले हैं। उन्हां लोकां दे विच करन निकले हैं जिहड़े सेंटर्स ऑफ थॉट हैं, जिहड़े उस वेले दी आइडियोलॉजी नूं कंट्रोल करते हैं। और अगर इस तरह देखिए तो योगी मत दा पिनिकल सी वो पीरियड। अज योगी मत उतना प्रचलित नहीं है। जीवन विच रहिंदे होए
ਜੀਵਨ ਵਿੱਚ ਉਤਰਦੇ ਹੋਏ ਸਪਿਰਿਚੁਅਲਿਟੀ ਨੂੰ ਜਾਣ ਲੈਣਾ ਇਹ ਗੁਰਮਤ ਹੈ। ਜੀਵਨ ਦੀ ਸਟਰਗਲਸ ਤੋਂ ਅੰਤਰ ਜਾਣਾ ਸਿੱਖਣਾ, ਜੀਵਨ ਨੂੰ ਅਵੋਇਡ ਕਰਕੇ ਨਹੀਂ। ਤਾਂ ਸਿੱਧ ਗੋਸ਼ ਦੀ ਇਹ ਬਾਣੀ ਜਿਹੜੀ ਹੈ ਸਾਨੂੰ ਇਹ ਚੀਜ਼ਾਂ ਸਮਝਾਉਂਦੀ ਹੈ ਕਿ ਗੁਰੂ ਕੌਣ ਹੈ, ਜੀਵਨ ਕੀ ਹੈ, ਜੀਵਨ ਤੋਂ ਪਾਰ ਕਿਵੇਂ ਜਾਇਆ ਜਾ ਸਕਦਾ ਹੈ, ਜਾਣਿਆ ਕਿਵੇਂ ਜਾ ਸਕਦਾ ਹੈ ਆਪਣੇ ਆਪ ਨੂੰ। ਇਹ ਸਿੱਧਾਂ ਦੇ ਡਾਇਲੌਗ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤਾ। ਔਰ ਜਿਤਨਾ ਅਸੀਂ ਇਹਨਾਂ ਦੇ ਵਿੱਚ ਉਤਰਾਂਗੇ, ਇਹਦੀ ਡੂੰਘਾਈ ਵਿੱਚ ਉਤਰਾਂਗੇ, ਉਤਨਾ ਸਾਨੂੰ ਗਿਆਨ ਹੋਏਗਾ ਕਿ ਗੁਰੂ ਮਹਾਰਾਜ ਸਾਨੂੰ ਸਾਡੇ ਬਾਰੇ ਕੀ ਕਹਿਣਾ ਚਾਹੁੰਦੇ ਹਨ, ਮੇਰੇ ਪ੍ਰਸ਼ਨਾਂ ਬਾਰੇ ਕੀ ਕਹਿਣਾ ਚਾਹੁੰਦੇ ਹਨ। ਕਿਉਂਕਿ ਯੋਗੀ ਦੇ ਜਿਹੜੇ ਪ੍ਰਸ਼ਨ ਹਨ ਉਹ ਦਰਅਸਲ ਮੇਰੇ ਪ੍ਰਸ਼ਨ ਹਨ। ਮੈਂ ਵੀ ਲੱਭਦਾ ਹਾਂ ਕਿ ਮੇਰੇ ਦੁੱਖ ਦਾ ਅੰਤ ਕਿੱਥੇ ਹੈ। ਮੈਂ ਵੀ ਲੱਭਦਾ ਹਾਂ ਕਿ ਮੈਨੂੰ ਕੋਈ ਸਹਾਰਾ ਮਿਲੇ, ਮੈਨੂੰ ਕੋਈ ਸਿਕਿਉਰਿਟੀ ਮਿਲੇ, ਮੈਨੂੰ ਜੀਵਨ ਔਰ ਆਪਣੇ ਬਾਰੇ ਸਮਝ ਆਏ। ਤਾਂ ਇਹ ਜਿਹੜੇ ਯੋਗੀਆਂ ਦੇ ਪ੍ਰਸ਼ਨ ਸਾਡੇ ਸਾਹਮਣੇ ਆਉਂਦੇ ਹਨ, ਉਹ ਸਾਡੇ ਮਨ ਨੂੰ ਬੜੇ ਲੱਗਦੇ ਹਨ, ਕਿਉਂਕਿ ਮੇਰੇ ਵੀ ਪ੍ਰਸ਼ਨ ਉਹੀ ਹਨ। ਅਸੀਂ ਵੀ ਉਹੀ ਪ੍ਰਸ਼ਨ ਪੁੱਛ ਰਹੇ ਹਾਂ। ਤਾਂ ਇੱਕ ਮਿੰਟ ਲਈ ਯੋਗੀ ਨੂੰ ਨਾ ਭੁੱਲ ਕੇ, ਯੋਗੀ ਨੂੰ ਭੁੱਲ ਕੇ ਅਸੀਂ ਆਪਣੇ ਆਪ ਨੂੰ ਵਿੱਚ ਲਗਾਈਏ ਕਿ ਇਹ ਮੈਂ ਪੁੱਛ ਰਿਹਾ ਹਾਂ ਔਰ ਗੁਰੂ ਮੈਨੂੰ ਉਹਦਾ ਜਵਾਬ ਦੇ ਰਿਹਾ ਹੈ। ਤਾਂ ਗੁਰੂ ਸਾਹਿਬ ਦੇ ਜਵਾਬ ਇੱਕ ਮੀਟਿੰਗ ਵਰਗੇ ਮਨ ਵਿੱਚ ਉਤਰਨਗੇ। ਇੱਕ ਗੋਸ਼ਟੀ ਹੋਏਗੀ ਗੁਰੂ ਨਾਨਕ ਨਾਲ, ਜਿੱਥੇ ਹੋ ਸਕਦਾ ਹੈ ਅਗਰ ਕਿਰਪਾ ਹੋਏ ਤਾਂ ਗੁਰੂ ਨਾਨਕ ਮੇਰੇ ਜੀਵਨ ਵਿੱਚ ਉਤਰ ਜਾਏ, ਗੁਰੂ ਨਾਨਕ ਦੀ ਬਾਣੀ ਉਤਰ ਜਾਏ। ਉਹ ਗੁਰੂ ਨਾਨਕ ਦੇ ਦਰਸ਼ਨ ਹਨ। ਗੁਰੂ ਨਾਨਕ ਸਾਹਿਬ ਦਾ ਗਿਆਨ ਮੇਰੇ ਮਨ ਵਿੱਚ ਉਤਰ ਜਾਏ ਤਾਂ ਮੇਰਾ ਮਨ ਵੀ ਬੰਨਿਆ ਜਾਏਗਾ। ਮਨ ਨੂੰ ਬੰਨਣ ਵਾਸਤੇ ਗਿਆਨ ਜ਼ਰੂਰੀ ਹੈ। ਆਸਾ ਦੀ ਵਾਰ ਵਿੱਚ ਸਾਹਿਬ ਸਮਝਾਉਂਦੇ ਹਨ ਸਾਨੂੰ, what is really the world। ਅਗਰ ਮੈਨੂੰ ਇਹ ਸਮਝ ਆਉਂਦਾ ਹੈ ਤਾਂ ਕੁਝ ਹੱਦ ਤੱਕ ਮੇਰੇ ਵਿਚਾਰ ਲੈਵਲ ਤੇ ਮੈਨੂੰ ਗਿਆਨ ਹੋ ਜਾਂਦਾ ਦੁਨੀਆ ਬਾਰੇ, ਆਪਣੇ ਬਾਰੇ। ਔਰ ਹਰ ਥਾਟ ਇੱਕ ਬੀਜ ਦੀ ਤਰ੍ਹਾਂ ਹੈ। ਜੀਵਨ ਵਿੱਚ ਜਦੋਂ ਮਨ ਵਿੱਚ ਉਤਰਦੀ ਹੈ ਤਾਂ ਉਹ ਆਪਣਾ ਹੀ ਰੰਗ ਲਿਆਂਦੀ ਹੈ। ਇਹ ਬਾਣੀ ਦਾ ਰੋਲ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਜ਼ਹਿਰ ਤੇ ਜੀਵਨ ਵਿੱਚ ਕਈ ਜਗ੍ਹਾ ਮਿਲਦਾ ਹੈ, ਅੰਮ੍ਰਿਤ ਇੱਕੋ ਹੀ ਜਗ੍ਹਾ ਮਿਲਦਾ ਹੈ। ਇਹ ਗਿਆਨ ਮੈਨੂੰ ਮਿਲ ਜਾਏ ਤਾਂ ਮੈਂ ਜੀਵਨ ਬਦਲ ਦਿਆਂਗਾ ਆਪਣਾ। ਫਿਰ ਕਰਾਮਾਤ ਦੀ ਗੱਲ ਹੋਈ। ਭਾਈ ਗੁਰਦਾਸ ਸਮਝਾਉਂਦੇ ਹਨ, ਸਿੱਧ ਬੋਲਣ ਸੁਣ ਨਾਨਕਾ, ਤੂੰ ਜਗ ਨੂੰ ਕਿਉਂ ਕਰਾਮਾਤ ਦਿਖਾਈ। ਕੁਝ ਕਰਾਮਾਤ ਦਿਖਾ ਦੇ ਸਾਨੂੰ। ਦੇਖੋ ਮਾਨਸਿਕ ਲੈਵਲ ਤੇ ਇਹ ਕਰਾਮਾਤ ਮੈਂ ਵੀ ਲੱਭਦਾ ਹਾਂ। ਮੈਂ ਵੀ ਲੱਭਦਾ ਹਾਂ ਕਰਾਮਾਤ ਮੇਰੇ ਜੀਵਨ ਵਿੱਚ ਹੋ ਜਾਏ। ਕੱਲ ਸਵੇਰੇ ਮੈਂ ਉੱਠਾਂ, ਸਭ ਰੋਗ ਖਤਮ ਹੋ ਜਾਣ, ਸਭ ਦੁੱਖ ਮਿਟ ਜਾਣ, ਸਭ ਪ੍ਰੋਬਲਮ ਸੋਲਵ ਹੋ ਜਾਣ। ਮੈਨੂੰ ਲੱਗਦਾ ਕਰਾਮਾਤ ਤੇ ਜੀਵਨ ਵਿੱਚ ਹੈ, ਪਰ ਅਸੀਂ ਲੱਭਦੇ ਗਲਤ ਜਗ੍ਹਾ ਤੇ ਹਾਂ। ਜਿੱਥੇ ਲੱਭਣੀ ਚਾਹੀਦੀ ਹੈ ਉੱਥੇ ਨਹੀਂ ਲੱਭਦੇ ਹਾਂ। ਦਰਅਸਲ ਜੋ ਵੀ ਅਸੀਂ ਲੱਭਦੇ ਹਾਂ ਉਹਨੂੰ ਅਸੀਂ ਢੂੰਡ ਗਲਤ ਜਗ੍ਹਾ ਰਹੇ ਹਾਂ।
ਤਾਂ ਸਾਹਿਬ ਨੇ ਫਿਰ ਇਸ ਕਰਾਮਾਤ ਦਾ ਵੀ ਜਵਾਬ ਦਿੱਤਾ ਹੈ। ਬਾਬਾ ਬੋਲੇ, ਨਾਥ ਜੀ ਅਸਾਂ ਤਾਂ ਵੇਖਣ ਜੋਗੀ ਵਸਤ ਨਾ ਕਾਈ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਸੰਗਤ ਔਰ ਬਾਣੀ ਗੁਰੂ ਨਾਨਕ ਦੀ ਕਰਾਮਾਤ ਹੈ। ਦਰਅਸਲ ਜੀਵਨ ਆਪਣੇ ਆਪ ਵਿੱਚ ਕਰਾਮਾਤ ਹੈ। ਅਗਰ ਅਸੀਂ ਜੀਵਨ ਨੂੰ ਪ੍ਰੇਮ ਕਰਕੇ ਜਾਣੀਏ ਤਾਂ ਪ੍ਰੇਮ ਤੋਂ ਵੱਡੀ ਕਰਾਮਾਤ ਕੀ ਹੈ, ਜਿੱਥੇ ਸਾਰੇ ਜਿੱਤ ਕੇ ਜਾਣ। ਲਵ ਇਜ਼ ਦੀ ਓਨਲੀ ਗੇਮ ਇਨ ਵਿਚ ਵੀ ਆਲ ਵਿਨ ਟੁਗੇਦਰ। और वो प्रेम किथे है। साज कहो सुन लियो सबे, जिन प्रेम कियो तिन ही प्रभ पायो। जिहड़ा मेरे अंतर विच प्रेम बसदा है, नाम दे रस्ते अगर मैं उत्थे तक पहुँच जावां तो मैं गुरु नूं मिल लवांगा। मैं हुण भाई गुरदास दी वो जिहड़ी गल है उत्थे वापस जाना। आखिरी लाइन भाई गुरदास कहंदे हन, भावनी भगत पाए कौडी अगर भाग राखे, ताहे गुर सर्ब निदान दान देत है। इत्थे बहुत कुछ खुलदा है। भावनी भगत पाए, भावना दरवाजा है गुरु नानक दे घर दा। भावनी भगत पाए कौडी अगर भाग रखे। एक कौडी रख लईए भावना नाल गुरु अगे, तां गुरु सारी सृष्टि अपने सिख नूं दे दिंदा है। दरवाजा केड़ा है? भावना। जपजी साहब विच समझाते हैं, महाराज भाख्या पाओ अपार। जिहड़ी भाषा है रब दी वो भावना है। फिर आनंद साहब विच भी साहिब दसते हैं, गुरुद्वारे लाए भावनी एक ना 10वां द्वार दिखाया। दैट इज द डोर towards Guru. When we are filled with emotions, that charges us to open the door to meet the Guru. और जदों वह दरवाजा प्रेम नाल भर जाए, भावना प्रेम बन जाए, तो गुरु दा मिलन हो जाता है। फिर महाराज दसदे हन, आनंद पिया मेरी माए सतगुरु में पाया। साहिब दी सिद्ध गोष्ठी दी है जिहड़ी विचार पढ़ते पढ़ते कई बार यह जापदा है जिवें साहिब नाल ही बैठे हैं। और दरअसल देखा जाए तो गुरु निराकार है और सिख दी आराधना विच साकार दे दर्शन हो जाते हैं। गुरु दे दर्शनां की गल असीं जपजी विच कई बार कर चुके हैं। पर गुरु की बाणी विचारते गुरु नाल एक नेड़ता हो जाती है। एक बार यह समझ आती है कि दुनिया नूं जिस तरह मैं जानदा सी उस तरह दुनिया है नहीं। तो किवें है? गुरु नानक साहब की बाणी विचारते हुए इस समझ वाल असीं टुर पैंदे आ। उसे मार्ग वाल असीं टुर पैंदे आ। तो फिर सिद्धां दी इस बाणी विच साहिब ने प्रेम की गल चलाई है, नाम की गल चलाई है। असी यह देखना है
ਕਿ ਗੁਰੂ ਮਾਰਗ ਵਿੱਚ, ਗੁਰਮਤ ਮਾਰਗ ਵਿੱਚ ਗੁਰੂ ਨਾਨਕ ਸਾਹਿਬ ਦੀ ਜਿਹੜੀ ਡਾਇਰੈਕਸ਼ਨ ਹੈ ਉਸ ਨੂੰ ਮੈਂ ਆਪਣੇ ਮਨ ਵਿੱਚ ਬਿਠਾ ਪਾਉਂਦਾ ਹਾਂ ਕਿ ਨਹੀਂ। ਇਸ ਭਾਵ ਨਾਲ ਸਿੱਧ ਗੋਸ਼ਟ ਦੀ ਬਾਣੀ ਅਸੀਂ ਆਰੰਭ ਕਰਨ ਦੀ ਵਿਚਾਰ ਸੋਚੀ ਮੈਂ ਕਿ ਬਈ ਇਹ ਜਪਜੀ ਸਾਹਿਬ ਤੋਂ ਬਾਅਦ ਇਸ ਬਾਣੀ ਨੂੰ ਵਿਚਾਰਨਾ ਬਣਦਾ ਹੈ। ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਇੱਕ ਸਾਹਿਬ ਸਿੱਧਾਂ ਵਿੱਚ ਬੈਠ ਕੇ ਵਿਚਾਰ ਕਰਦੇ ਹਨ ਔਰ ਉਹਨਾਂ ਦੇ ਮਨ ਨੂੰ ਖੜਾ ਕਰ ਦਿੰਦੇ ਹਨ। ਸ਼ਬਦ ਨਾਲ ਉਹਨਾਂ ਦਾ ਮਨ ਤ੍ਰਿਪਤ ਹੋ ਜਾਂਦਾ ਹੈ, ਫੁੱਲਫਿਲਡ। ਉਹਨਾਂ ਦੇ ਪ੍ਰਸ਼ਨ ਮੁੱਕ ਜਾਂਦੇ ਹਨ, ਉਹਨਾਂ ਨੂੰ ਪ੍ਰੇਮ ਦੇ ਦਰਸ਼ਨ ਹੋ ਜਾਂਦੇ ਹਨ, ਉਹਨਾਂ ਨੂੰ ਇੱਕ ਸੋਲਿਊਸ਼ਨ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ, ਉਹਨਾਂ ਦਾ ਮਨ ਠਹਿਰ ਜਾਂਦਾ ਹੈ। ਤਾਂ ਫਿਰ ਸਿੱਧ ਕੀ ਕਹਿੰਦੇ ਹਨ? ਸਿੱਧ ਬੋਲਣ ਸੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਦਰਅਸਲ ਹਨੇਰੇ ਵਿੱਚ ਅਗਰ ਕੋਈ ਜੋਤ ਲੈ ਕੇ ਆਏਗਾ ਤਾਂ ਉਹ ਛਿਪਾਈ ਨਹੀਂ ਜਾ ਸਕਦੀ। ਸਿੱਧਾਂ ਨੂੰ ਆਪਣੀ ਕਨਫਿਊਜ਼ਨਸ ਔਰ ਅਧਿਆਤਮਕ ਕਨਫਿਊਜ਼ਨ ਵਿੱਚ ਗੁੰਮ ਹੋਏ ਮਨ ਨੂੰ ਮਾਰਗ ਮਿਲਦਾ ਹੈ ਤਾਂ ਸਿੱਧ ਮੰਨ ਜਾਂਦੇ ਹਨ ਕਿ ਅਸੀਂ ਕਿਸ ਪਾਸੇ ਨੂੰ ਜਾਣਾ ਸੀ, ਅਸੀਂ ਕਿੱਧਰ ਆ ਗਏ ਹਾਂ। ਮੇਰਾ ਵੀ ਇਹੀ ਹਾਲ ਹੈ। ਮੈਂ ਵੀ ਇੱਕ ਇਮੈਜਿਨ ਕਰਦਾ ਹਾਂ ਕਿ ਸਪਿਰਿਚੁਅਲਿਟੀ ਕੀ ਹੋਏਗੀ ਔਰ ਉਸ ਇਮੈਜਿਨੇਸ਼ਨ ਵਿੱਚ ਗੁੰਮ ਜਾਂਦਾ ਹਾਂ। ਇਮੈਜਿਨ ਕਰਦਾ ਹਾਂ ਕਿ ਗੁਰੂ ਕਿਹੋ ਜਿਹਾ ਹੋਏਗਾ ਤਾਂ ਪਖੰਡੀਆਂ ਨਾਲ ਵਾਹ ਪੈ ਜਾਂਦਾ ਹੈ। ਇਮੈਜਿਨ ਕਰਦਾ ਹਾਂ ਕਿ ਕਰਾਮਾਤ ਹੋ ਜਾਏ, ਜੀਵਨ ਇੱਕ ਮਿਰਕਲ ਬਣ ਜਾਏ ਤਾਂ ਜਿਹੜਾ ਅਸਲ ਮਿਰਕਲ ਹੈ ਜੀਵਨ ਦਾ ਉਹ ਮੇਰੇ ਹੱਥੋਂ ਨਿਕਲ ਜਾਂਦਾ ਹੈ। ਉਸ ਨੂੰ ਕਰਨ ਵਾਸਤੇ, ਜਾਣਨ ਵਾਸਤੇ ਕੀ ਕਰਨਾ ਹੈ, ਸਿੱਧ ਗੋਸ਼ਟ ਹੈ ਸਮਝਾਉਂਦੀ ਹੈ। ਦਰਅਸਲ ਸ਼ਬਦ ਗੁਰੂ ਹੈ ਸਮਝਾਉਂਦਾ ਹੈ। ਗੁਰੂ ਦੇ ਕੌਨਸੈਪਟ ਨੂੰ ਗੁਰੂ ਨਾਨਕ ਸਾਹਿਬ ਨੇ ਸ਼ਬਦ ਕਰਕੇ ਸਮਝਾਇਆ। ਸ਼ਬਦ ਗੁਰੂ ਕੀ ਹੈ ਔਰ ਸ਼ਬਦ ਗੁਰੂ ਮੇਰੇ ਲਈ ਪ੍ਰਕਾਸ਼ ਔਰ ਆਨੰਦ ਦਾ ਰੂਪ ਕਿਵੇਂ ਬਣ ਸਕਦਾ ਹੈ, ਇਹ ਤੱਤ ਗਿਆਨ ਹੈ ਗੁਰਮਤ ਦਾ। ਅਗਰ ਮੈਨੂੰ ਇਹ ਸਮਝ ਆ ਜਾਏ ਕਿ ਸ਼ਬਦ ਨਾਲ ਸਾਂਝ ਪਾ ਕੇ ਮੈਂ ਆਪਣੇ ਮਨ ਨੂੰ ਹਨੇਰੇ ਤੋਂ ਪ੍ਰਕਾਸ਼ ਵੱਲ ਲਿਜਾ ਸਕਦਾ ਹਾਂ, ਦੁੱਖ ਤੋਂ ਆਨੰਦ ਨਾਲ ਜੋੜ ਸਕਦਾ ਹਾਂ, ਵਿਆਕੁਲਤਾ ਤੋਂ ਸਹਿਜ ਵਿੱਚ ਲਿਜਾ ਸਕਦਾ ਹਾਂ। ਸਹਿਜ ਦਾ ਕੀ ਭਾਵ ਹੈ ਉਹ ਜਾਣ ਸਕਦਾ ਹਾਂ ਤਾਂ ਮੈਂ ਫਿਰ ਆਪਣੇ ਜੀਵਨ ਨੂੰ ਬਦਲਣ ਵਾਸਤੇ ਐਫਰਟਸ ਕਰ ਸਕਦਾ ਹਾਂ। ਔਰ ਇਸ ਐਫਰਟ ਦੀ ਕਿਰਪਾ, ਇਹਦੀ ਦ੍ਰਿਸ਼ਟੀ, ਇਹਦੀ ਨਦਰ ਕਰਮ ਸੱਚਾ ਨਿਸ਼ਾਨ। ਭਾਵਨੀ ਭਗਤ ਪਾਏ ਕੋਡੀ ਅਗਰ ਭਾਗ ਰੱਖੇ, ਤਾਹੀਂ ਗੁਰ ਸਰਬ ਨਿਦਾਨ ਦਾਨ ਦੇਤ ਹੈ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਭਾਵਨਾ ਨਾਲ ਜਦੋਂ ਅਸੀਂ ਧਰਮ ਵਿੱਚ ਉਤਰਦੇ ਹਾਂ ਤਾਂ ਟਰਾਂਸਫਰਮੇਸ਼ਨ ਐਨਰਜੀ ਸਾਨੂੰ ਐਂਟਰ ਕਰਦੀ ਹੈ। ਸ਼ਬਦ ਔਰ ਭਾਵਨਾ ਗਾਵੀਏ, ਸੁਣੀਏ, ਮਨ ਰੱਖੀਏ ਪਾਓ। ਅਸੀਂ ਆਪਣੀ ਫੈਕਲਟੀਜ਼ ਨੂੰ
ਸ਼ਬਦ ਨਾਲ ਜੋੜਨਾ ਹੈ। ਗਾਵੀਏ ਸੁਣੀਏ, ਸੈਂਸਿਸ ਨੂੰ ਜੋੜਿਆ ਹੈ, ਗਾਵੀਏ ਔਰ ਸੁਣਨ, ਤਾਂ ਕਿ ਮਨ ਰੱਖੀਏ ਭਾਵ, ਮਨ ਵਿੱਚ ਭਾਵਨਾ ਆ ਜਾਏ, ਮਨ ਵਿੱਚ ਪ੍ਰੇਮ ਉੱਠ ਜਾਏ, ਤਾਂ ਉਹ ਪ੍ਰੇਮ ਸਾਨੂੰ ਟਰਾਂਸਫਾਰਮ ਕਰ ਦੇਗਾ, ਸਾਡੇ ਦੁੱਖ ਨੂੰ ਸੁੱਖ ਬਣਾ ਦੇਗਾ, ਸਾਡੇ ਅਕੇਲੇਪਨ ਨੂੰ ਆਨੰਦ ਵਿੱਚ ਲੈ ਜਾਏਗਾ, ਟੁੱਟੇ ਹੋਇਆਂ ਨੂੰ ਨਿਰੰਕਾਰ ਦੇ ਆਨੰਦ ਨਾਲ ਜੋੜ ਦੇਗਾ। ਸਾਨੂੰ ਉਸ ਸ਼ਬਦ ਨਾਲ ਸਾਂਝ ਪਾਣੀ ਹੈ। ਗੁਰੂ ਨਾਨਕ ਸਾਹਿਬ ਦੀ ਇਸ ਬਾਣੀ ਵਿੱਚ ਉਤਰ ਕੇ ਅਸੀਂ ਇੱਕ ਇੱਕ ਪੌੜੀ ਨਾਲ ਸਮਝਾਂਗੇ ਕਿ ਗੁਰੂ ਕੀ ਹੈ, ਮੇਰਾ ਦੁੱਖ ਕੀ ਹੈ, ਔਰ ਗੁਰੂ ਮੈਨੂੰ ਕਿਵੇਂ ਮਾਰਗ ਵੱਲ ਸਮਝਾਉਂਦਾ ਹੈ ਕਿ ਮੈਂ ਆਪਣੇ ਜੀਵਨ ਨੂੰ ਕਿਵੇਂ ਬਦਲਾਂਗਾ। ਇਸ ਬਾਣੀ ਦੀ ਜਿਹੜੀ ਮੁੱਢਲਾ ਭਾਵ ਹੈ, ਜਿਸ ਨੂੰ ਅਸੀਂ ਕਹੀਏ ਰਹਾਉ ਦੀ ਤੁਕ, ਇੱਕੋ ਹੀ ਹੈ। ਕਿਆ ਭਵੀਏ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ। ਇਹ ਹੁਣ 2 ਲੈਵਲਸ 'ਤੇ ਅਗਰ ਵਿਚਾਰੀਏ ਤਾਂ ਯੋਗੀ ਪ੍ਰਮਣ ਕਰਦੇ ਹਨ ਕਿਆ ਭਵੀਏ। ਸਾਹਿਬ ਉਹਨਾਂ ਨੂੰ ਸਮਝਾ ਰਹੇ ਹਨ ਕਿ ਇੱਧਰ ਉੱਧਰ ਜਾਣ ਨਾਲ ਕੀ ਬਣਦਾ ਹੈ। ਸੱਚ ਸੂਚਾ ਹੋਏ, ਸੱਚ ਨੂੰ ਜਾਣਨ। ਸੱਚ ਦਾ ਭਾਵ ਅਰਥ ਨਿਰੰਕਾਰ ਰੱਬ, ਸਤਨਾਮ। ਨਿਰੰਕਾਰ ਦਾ ਇੱਕ ਨਾਮ ਸਤ ਹੈ, ਜਿਹੜਾ ਗੁਰੂ ਨਾਨਕ ਸਾਹਿਬ ਨੂੰ ਬਹੁਤ ਪ੍ਰਿਯ ਹੈ। ਤੇ ਸਾਹਿਬ ਸਮਝਾਉਂਦੇ ਹਨ ਸੱਚ ਸੂਚਾ ਹੋਏ, ਸੱਚ ਮਿਲੇਗਾ ਤਾਂ ਅਸੀਂ ਸੁੱਚੇ ਹੋਵਾਂਗੇ। ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਬਿਨਾਂ ਸ਼ਬਦ ਦੇ ਜੀਵਨ ਵਿੱਚ ਆਏ ਕੋਈ ਮੁਕਤੀ ਨਹੀਂ ਪਾ ਸਕਦਾ, ਕੋਈ ਆਜ਼ਾਦ ਨਹੀਂ ਹੋ ਸਕਦਾ। ਇਸ ਬੰਧਨ ਵਿੱਚ ਹੀ ਬੰਨੇ ਰਵਾਂਗੇ। ਤਾਂ ਇਹ ਯੋਗੀਆਂ ਨੂੰ ਤਾਂ ਸਮਝਾਇਆ ਹੈ, ਪਰ ਇਹ ਤੇ ਮੇਰੇ ਮਨ ਦਾ ਹਾਲ ਹੈ। ਮੇਰਾ ਮਨ ਵੀ ਤੇ ਭ੍ਰਮਣ ਕਰਦਾ ਹੈ, ਇੱਧਰ ਉੱਧਰ ਜਾਂਦਾ ਹੈ। ਇਹੀ ਲੱਭਦਾ ਹੈ। ਕੀ ਲੱਭਦਾ ਹੈ? ਆਪਣੇ ਆਨਸਰਸ ਲੱਭਦਾ ਹੈ ਜਾਂ ਆਪਣੀ ਪਰਿਪੂਰਨਤਾ ਲੱਭਦਾ ਹੈ। ਇਸ ਤਰ੍ਹਾਂ ਸਮਝੀਏ ਕਿ ਅਧੂਰਾ ਮਨ, ਇਨਕੰਪਲੀਟ ਮਾਈਂਡ, ਅਨਸੇਸ਼ੀਏਟਿਡ, ਸੀਕਸ ਕੰਪਲੀਟਨੈਸ। ਇਹ ਮਨ ਆਪਣੀ ਵਿਆਕੁਲਤਾ ਤੋਂ ਪਰੇਸ਼ਾਨ ਹੋ ਕੇ, ਅਧੂਰੇਪਨ ਤੋਂ ਪਰੇਸ਼ਾਨ ਹੋ ਕੇ ਕੰਪਲੀਟਨੈਸ ਲੱਭਦਾ ਹੈ, ਤਾਂ ਕਿ ਉਹ ਤ੍ਰਿਪਤ ਹੋ ਜਾਏ, ਤਾਂ ਕਿ ਉਹ ਕੰਪਲੀਟ ਹੋ ਜਾਏ, ਤਾਂ ਕਿ ਪਰਿਪੂਰਨ ਹੋ ਜਾਏ। ਔਰ ਇਹ ਮੇਰਾ ਔਰ ਤੁਹਾਡਾ ਔਰ ਕਿਸੇ ਹੋਰ ਦਾ ਮਨ ਅਲੱਗ ਨਹੀਂ ਹੈ। ਅਸੀਂ ਸਾਰੇ ਹੀ ਇਹ ਲੱਭਦੇ ਪਏ ਹਾਂ। ਅਸੀਂ ਸਾਰੇ ਹੀ ਭ੍ਰਮਣ ਕਰ ਰਹੇ ਹਾਂ। ਸਾਡੇ ਸਾਰਿਆਂ ਦਾ ਮਨ ਪ੍ਰਗਟ ਕਰ ਰਿਹਾ ਹੈ। ਕਿਆ ਭਵੀਏ ਸੱਚ ਸੋਚਾ ਹੋਏ। ਇੱਕ ਕਿਸ਼ਤੀ ਹੈ ਜਿਹੜੀ ਬਿਨਾਂ ਕਿਸੇ ਧਾਗੇ ਤੋਂ, ਬਿਨਾਂ ਕਿਸੇ ਰੱਸੇ ਤੋਂ, ਕਿਸੇ ਵੀ ਖੁੰਡੇ ਨਾਲ ਬੰਨੀ ਨਹੀਂ ਹੈ। ਇੱਧਰ ਉੱਧਰ ਘੁੰਮਦੀ ਰਹਿੰਦੀ ਹੈ। ਉਹਦਾ ਕੋਈ ਠੌਰ ਠਿਕਾਣਾ ਨਹੀਂ ਹੈ। ਇਹ ਮੇਰੇ ਮਨ ਦਾ ਹਾਲ ਹੈ। ਇਨਸਟੇਬਿਲਿਟੀ is the state of my mind। ਤਾਂ ਇਹਨੂੰ ਕੀ ਚੀਜ਼ ਸਟੇਬਿਲਿਟੀ ਦੇਗੀ, ਕੀ ਚੀਜ਼ ਕੰਪਲੀਟਨੈਸ ਦੇਗੀ, ਕੀ ਚੀਜ਼ ਠਹਿਰਾਓ ਦੇਗੀ। ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਸ਼ਬਦ ਬਿਨਾ। ਸ਼ਬਦ ਕੀ ਹੈ? ਵਾਹਿਗੁਰੂ ਜੀ। ਸ਼ਬਦ ਦੀ ਵਿਚਾਰ ਸ਼ਾਇਦ ਅੱਜ ਕਰ ਲੈਣੀ ਠੀਕ ਰਹੇਗੀ। ਸਾਹਿਬ ਜੋ ਸਾਨੂੰ ਬਾਣੀ ਵਿੱਚ ਦੱਸਦੇ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਤਾਂ ਸ਼ਬਦ ਨਿਰੰਕਾਰ ਜਾਣੀਏ।
ਇਹ ਸ਼ਬਦ ਗੁਰੂ ਨਾਨਕ ਸਾਹਿਬ ਨੂੰ ਰਿਵੀਲ ਹੋਇਆ। ਰਿਵੀਲ ਹੋਇਆ ਜਦੋਂ ਬੇਹੀ ਨਦੀ ਵਿੱਚ ਲੋਪ ਹੋ ਗਏ ਮਹਾਰਾਜ। ਤਾਂ ਮਹਾਰਾਜ ਨੇ ਫਿਰ ਸਾਨੂੰ ਆਦੇਸ਼ ਕੀਤਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਮਰਦਾਨਾ ਗੁਰੂ ਨਾਨਕ ਔਰ ਇੱਕ ਰਬਾਬ ਜਦੋਂ ਬਾਣੀ ਆਏ ਤਾਂ ਸਾਹਿਬ ਕਹਿਣ, ਉਠਾਓ ਰਬਾਬ, ਬਾਣੀ ਆ ਰਹੀ ਹੈ। ਉੱਥੇ ਸ਼ਬਦ ਕੰਪੋਜ਼ ਹੋ ਜਾਏ, ਗਾਇਆ ਜਾਏ। ਅਸੀਂ ਬਗਦਾਦ ਦੀ ਔਰ ਉਹਦੀ ਵੀ ਸਟੋਰੀ ਤੋਂ ਇਹ ਸਮਝਦੇ ਹਾਂ, ਸੁਨ ਸਮਾਦ ਹੋਆ ਜਹਾਨਾ, ਦਿੱਤੀ ਬਾਂਗ ਨਵਾਜ਼ ਕਰ। ਧਿਆਨ ਨੂੰ, ਆਪਣੇ ਗਿਆਨ ਨੂੰ ਜਦ ਸ਼ਬਦ ਵਿੱਚ ਪ੍ਰਗਟ ਕਰ ਦਿੱਤਾ ਤਾਂ ਸੁੰਨ ਹੋ ਗਏ ਸਾਰੇ, ਸਾਰਿਆਂ ਦਾ ਮਨ ਠਹਿਰ ਗਿਆ। ਤਾਂ ਇਹ ਸ਼ਬਦ ਦਾ ਪ੍ਰਗਟਾਵਾ, ਇਹ ਰਿਵੀਲਡ ਸ਼ਬਦ ਹੈ ਜਿਹੜਾ ਗੁਰੂ ਨਾਨਕ ਸਾਹਿਬ ਕੋਲ ਆਇਆ। ਇਹ ਸ਼ਬਦ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਹਾਜ਼ਰ ਹੋ ਗਿਆ। ਹੋਰ ਨਿਰੰਕਾਰ ਦੀ ਬਾਣੀ ਡਿਫਾਈਨਡ ਫਾਰਮ ਵਿੱਚ ਸਾਡੇ ਕੋਲ ਆ ਗਈ। ਇਹ ਗੁਰੂ ਦੇ ਦੂਸਰੇ ਦਰਸ਼ਨ ਹਨ। ਪਹਿਲੇ ਦਰਸ਼ਨ ਗੁਰੂ ਦੇ ਨਿਰਾਕਾਰ, ਫਾਰਮਲੈਸ ਐਨਰਜੀ, ਜਿਸ ਨੂੰ ਅਸੀਂ ਰੱਬ ਕਹਿੰਦੇ ਹਾਂ, ਗੋਡ ਕਹਿੰਦੇ ਹਾਂ। ਔਰ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਸ਼ਨ, ਜੋ ਰਿਵੀਲਡ ਬਾਣੀ ਮਹਾਰਾਜ ਨੇ ਬੰਨ੍ਹ ਦਿੱਤੀ, ਉਸ ਨੂੰ ਗੁਰੂ ਅਸੀਂ ਜਾਣਦੇ ਹਾਂ। ਤਾਂ ਬਾਣੀ ਗੁਰੂ, ਗੁਰੂ ਹੈ ਬਾਣੀ। ਇਹਦਾ ਹੁਣ ਭਾਵ ਅਰਥ ਜਿਹੜਾ ਹੈ ਉਹ ਸਮਝਣਾ ਜ਼ਰੂਰੀ ਹੈ, ਕਿਉਂਕਿ ਸਿੱਧਾ ਨੇ ਗੁਰੂ ਨਾਨਕ ਸਾਹਿਬ ਨੂੰ ਇੱਕ ਬਹੁਤ ਉੱਤਮ ਪ੍ਰਸ਼ਨ ਪੁੱਛਿਆ ਹੈ। ਕਮਣ ਮੂਲ ਕਮਣ ਮਤਵੇਲਾ, ਕਮਣ ਗੁਰੂ ਕਿਸਕਾ ਤੂੰ ਚੇਲਾ। ਇਹ ਦੁਨੀਆ ਦਾ ਮੂਲ ਕੀ ਹੈ? ਇਹ ਵੇਲਾ ਜਿਹੜਾ ਜੀਵਨ ਦਾ ਮਿਲਦਾ ਹੈ, ਇਹਦਾ ਅਰਥ ਕੀ ਹੈ? ਔਰ ਗੁਰੂ ਨਾਨਕ ਨੂੰ ਪੁੱਛਦੇ ਨੇ ਸਿੱਧ ਕਿ ਆਪ ਦਾ ਗੁਰੂ ਕੌਣ ਹੈ? ਕਿਉਂਕਿ ਇਹ ਟ੍ਰੈਡੀਸ਼ਨ ਹੈ, ਗੁਰੂ ਦੇ ਬਿਨਾਂ ਗਤੀ ਨਹੀਂ ਹੈ। ਪਵਨ ਆਰੰਭ ਸਤਿਗੁਰ ਮਤਵੇਲਾ, ਜਦੋਂ ਤੋਂ ਪਵਨ ਸ੍ਰਿਸ਼ਟੀ ਬਣੀ, ਹਵਾ ਬਣੀ, ਸਤਿਗੁਰ ਮਤਵੇਲਾ, ਸਤਿਗੁਰੂ ਨੂੰ ਕਮਾਉਣ ਦਾ ਇਹ ਵੇਲਾ ਹੈ, ਜੀਵਨ ਹੈ। ਗੁਰੂ ਨੂੰ ਜਾਣਨ ਦਾ ਇਹ ਜੀਵਨ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਮੈਨੂੰ ਲੱਗਦਾ ਹੈ ਇਸ ਤੋਂ ਜ਼ਿਆਦਾ ਟਰਾਂਸਫਰਮੇਸ਼ਨਲ ਆਨਸਰ ਮੇਰੇ ਜੀਵਨ ਵਿੱਚ ਨਹੀਂ ਹੈ ਕੋਈ ਹੋਰ। ਜਦੋਂ ਸੁਰਤ ਔਰ ਸ਼ਬਦ ਦਾ ਮਿਲਨ ਹੋਏਗਾ ਤਾਂ ਮੈਂ ਗੁਰੂ ਨੂੰ ਜਾਣ ਪਾਵਾਂਗਾ। ਸ਼ਬਦ ਗੁਰੂ ਹੈ। ਸੁਰਤ ਕੀ ਹੈ? ਸੁਰਤ ਮੇਰੀ ਮਾਨਸਿਕ ਅਵਸਥਾ ਹੈ, ਜਿਹੜੀ ਇਕਾਗਰ ਮਨ ਵਿੱਚ ਹੈ, ਜਿਹੜੀ ਸ਼ਬਦ ਨਾਲ ਮਿਲਣ ਕਰਦੀ ਹੈ, ਪਰ ਉਹਦੇ ਵਿੱਚ ਮੈਂ ਨਹੀਂ ਹਾਂ। ਆਪ ਨੋਟ ਕਰਨਾ, ਸਾਹਿਬ ਦਾ ਜਵਾਬ ਜਿਹੜਾ ਹੈ ਉਹਦੇ ਵਿੱਚ ਮੈਂ ਨਹੀਂ ਹਾਂ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਤਾਂ ਸੁਰਤ ਮੇਰੇ ਮਨ ਦੀ ਉਹ ਅਵਸਥਾ ਹੈ ਜਿੱਥੇ ਈਗੋਲੈਸ ਮਾਈਂਡ ਹੈ। ਈਗੋ ਨਹੀਂ ਹੈ ਤਾਂ ਥਾਟ ਵੀ ਨਹੀਂ ਹੋਏਗੀ, ਕਿਉਂਕਿ ਥਾਟ ਈਗੋ ਤੋਂ ਹੀ ਆਉਂਦੀ ਹੈ, ਜਾਂ ਫਿਰ ਉਹ ਧੁਰ ਦੀ ਬਾਣੀ ਹੁੰਦੀ ਹੈ। गालिब ਦਾ ਇੱਕ ਸ਼ੇਰ ਹੈ, ਉਹ ਕਹਿੰਦਾ ਹੈ, ਆਤੇ हैं गैब से मज़ामे ख्याल में, गालिब शरीर खामा नवाए सरोश है। ये गैब तो आंदे हैं थॉट्स फ्रॉम द बियॉन्ड। ਤਾਂ ਜਿਹੜੀ ਇਹ ਸੁਰਤ ਦਾ ਗਿਆਨ ਹੈ, ਮੈਨੂੰ ਇਹ ਗਿਆਨ ਹੋਣਾ ਜ਼ਰੂਰੀ ਹੈ। ਇੱਥੇ ਮੈਂ ਨਹੀਂ ਹਾਂ, ਸੁਰਤ ਹੈ। ਹਉਮੈ
ਨਾਮੇ ਨਾਲ ਵਿਰੋਧ ਹੈ, ਦੋਏ ਨਾ ਬਸ ਇੱਕ ਥਾਏ। ਮੇਰੇ ਮੈਂ ਦੇ ਵਿੱਚ ਨਹੀਂ ਹੈ। ਜਿੱਥੇ ਮੈਂ ਗਿਰ ਜਾਏਗਾ ਉੱਥੇ ਨਿਰੰਕਾਰ ਹਾਜ਼ਰ ਹੋ ਜਾਏਗਾ, ਉੱਥੇ ਨਾਮ ਹਾਜ਼ਰ ਹੋ ਜਾਏਗਾ, ਉੱਥੇ ਸੁਰਤ ਦਾ ਗਿਆਨ ਹੋ ਜਾਏਗਾ। ਤਾਂ ਮਨ ਦੀ ਉਹ ਕਿਹੜੀ ਅਵਸਥਾ ਹੈ ਜਿੱਥੇ ਮੈਂ ਨਹੀਂ ਹਾਂ? ਮਨ ਹੈ ਪਰ ਮੈਂ ਨਹੀਂ ਹਾਂ। ਸੁਰਤ ਦਾ ਭਾਵ ਮੇਰੇ ਨੂੰ ਲੱਗਦਾ ਹੈ, ਸੁਰਤ ਦਾ ਭਾਵ ਇਹੀ ਹੈ। ਇਸ ਸੁਰਤ ਵੱਲ, ਇਸ ਸੁਰਤ ਦੇ ਗਿਆਨ ਵੱਲ ਮੈਨੂੰ ਟੁਰਨਾ ਹੈ। ਸ਼ਬਦ ਨਾਲ ਸਾਂਝ ਪਾਣੀ ਹੈ। ਇਹੀ ਸਿੱਖ ਦਾ ਜੀਵਨ ਹੈ। ਔਰ ਇਹ ਕੋਈ ਐਫਰਟਲੈਸ ਨਹੀਂ ਹੈ। ਸਾਹਿਬ ਸਾਨੂੰ ਇਹ ਜਪਜੀ ਵਿੱਚ ਵੀ ਸਮਝਾਉਂਦੇ ਹਨ ਕਿ ਇਹ ਮੁਸ਼ੱਕਤ ਦਾ ਕੰਮ ਹੈ। ਆਖਰੀ ਪਦ ਵਿੱਚ ਜਪਜੀ ਵਿੱਚ ਕੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਜ਼ਰ ਕਰਮ ਤਿਨਕਾਰ। ਨਾਲ ਕਹਿੰਦੇ ਨੇ ਕਿ ਇਹ ਮੁਸ਼ੱਕਤ ਕਰਦੇ, ਮਿਹਨਤ ਦਾ ਕੰਮ ਹੈ। ਤਾਂ ਮੇਰੇ ਜੀਵਨ ਦਾ ਏਜੰਡਾ ਇਸ ਸੁਰਤ ਦੇ ਗਿਆਨ ਦਾ, ਇਸ ਸ਼ਬਦ ਨੂੰ ਜਾਣਨ ਦਾ, ਇਸ ਸੁਰਤ ਔਰ ਸ਼ਬਦ ਦੀ ਖੇਡ ਦੇ ਵਿੱਚ ਜੀਣ ਦਾ ਹੋਣਾ ਚਾਹੀਦਾ ਹੈ। ਅਗਰ ਮੈਂ ਆਪਣੇ ਆਪ ਨੂੰ ਸਿੱਖ ਕਹਾਵਾਂ ਤਾਂ, ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਮੰਨਣਾ ਤਾਂ, ਨਹੀਂ ਤਾਂ ਫਿਰ ਗੁਰੂ ਦੇ ਕਹੇ ਨੂੰ ਮੈਂ ਨਹੀਂ ਪਾਲਿਆ, ਗੁਰੂ ਦੇ ਕਹੇ ਨੂੰ ਮੈਂ ਨਹੀਂ ਜਾਣਿਆ, ਗੁਰੂ ਦੇ ਕਹੇ ਨੂੰ ਮੈਂ ਆਪਣੇ ਜੀਵਨ ਵਿੱਚ ਨਹੀਂ ਉਤਾਰਿਆ, ਤਾਂ ਇਹ ਗੁਰੂ ਦੀ ਬਾਣੀ ਮੈਨੂੰ ਸਿਖਾ ਰਹੀ ਹੈ। ਅੱਜ ਮੈਂ ਸਿੱਧ ਗੋਸ਼ ਦੀ ਆਪਣੇ ਨਾਲ ਇੱਕ ਇੰਟਰੋਡਕਟਰੀ ਡਿਸਕਸ਼ਨ ਹੀ ਕਰਨਾ ਸੀ। ਸੋ ਅਸੀਂ ਐਸੇ ਵਿੱਚ ਅੱਜ ਰੁਕਦੇ ਹਾਂ। ਪਹਿਲੇ ਪਦ ਤੋਂ ਫਰਾਈਡੇ, ਸੈਟਰਡੇ ਔਰ ਸੰਡੇ ਇਸ ਬਾਣੀ ਨੂੰ ਵਿਚਾਰਦੇ ਚੱਲਾਂਗੇ। ਲੰਬੀ ਬਾਣੀ ਹੈ ਤਾਂ ਥੋੜ੍ਹਾ ਹੌਲੇ ਹੌਲੇ, ਕਿਉਂਕਿ ਸਾਹਿਬ ਦੀ ਹਰ ਗੱਲ ਵਿੱਚ ਡੂੰਘਿਆਈ ਹੈ ਬੜੀ। ਦੋ ਸ਼ਬਦ ਕਹੇ ਜਾਂਦੇ ਗੁਰੂ ਨਾਨਕ ਸਾਹਿਬ ਦੇ, ਇਉਂ ਲੱਗਦਾ ਜਿਵੇਂ ਜੀਵਨ ਦਾ ਜਵਾਬ ਮਿਲ ਗਿਆ ਹੋਏ। ਉੱਥੇ ਹੀ ਖਲੋ ਕੇ ਵਿਚਾਰ ਕਰਨੀ ਬਣਦੀ ਹੈ। ਮਹਾਰਾਜ ਦੇ ਜਿਵੇਂ ਦਰਸ਼ਨ ਹੋ ਗਏ ਹੋਣ, ਉਹਨਾਂ ਦੀ ਬਾਣੀ ਵਿੱਚ ਉਹਨਾਂ ਦੇ ਨਾਲ ਥੋੜ੍ਹੀ ਇਕਮਿਕਤਾ ਕਰਨ ਦਾ ਜੀ ਵੀ ਕਰਦਾ ਹੈ। ਕਿਵੇਂ ਮਿਲਾਂਗੇ ਗੁਰੂ ਨੂੰ? ਇਸੇ ਤਰ੍ਹਾਂ ਹੀ ਮਿਲਾਂਗੇ, ਕਿਉਂਕਿ ਤਤ ਗਿਆਨ ਦੀ ਗੱਲ ਉਹਨਾਂ ਦੇ ਜੀਵਨ ਦੇ ਅਖੀਰਲੇ ਸਾਲ ਦੇ ਇਹ ਕੰਪੋਜੀਸ਼ਨਸ ਹਨ। ਸਿੱਧ ਗੋਸ਼ ਤੇ ਜਪਜੀ ਸਾਹਿਬ। ਅਗਰ ਅੱਜ ਵੀ ਗੁਰੂ ਨਾਨਕ ਸਾਹਿਬ ਨੂੰ ਅਸੀਂ ਮਿਲਦੇ ਸਰੀਰ ਵਿੱਚ ਵੀ, ਤਾਂ ਜੋ ਇਸ ਵਿੱਚ ਲਿਖਿਆ ਹੈ ਉਹੀ ਸਾਨੂੰ ਸਮਝਾਉਂਦੇ। ਮੈਂ ਯਤਨ ਕਰਕੇ ਇਹਨਾਂ ਬਾਣੀਆਂ ਨੂੰ ਸਮਝਾਂ ਔਰ ਗੁਰੂ ਅੱਗੇ ਅਰਦਾਸ ਕਰਕੇ ਇਹ ਮੰਗਾਂ ਕਿ ਮਹਾਰਾਜ ਕਿਰਪਾ ਕਰੋ, ਮੈਂ ਇਹਨੂੰ ਕਮਾ ਪਾਵਾਂ, ਆਪਣੇ ਜੀਵਨ ਵਿੱਚ ਉਤਾਰ ਪਾਵਾਂ, ਆਪਣੇ ਮਨ ਨੂੰ ਬਦਲ ਪਾਵਾਂ ਔਰ ਸਤ ਵੱਲ ਮੇਰਾ ਵੀ ਜੀਵਨ ਬਹੇ, ਫਲੋ ਕਰੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨਾ, ਅੱਜ ਦੀ ਵਿਚਾਰ ਇੱਥੇ ਹੀ ਪ੍ਰਵਾਨ ਕਰਨਾ। ਕੋਈ ਆਪ ਸੁਧਾਰ ਕਰਨਾ ਚਾਹੋ ਤਾਂ ਮੋਸਟ ਵੈਲਕਮ।